ਸਾਰਿਓ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 18ਵੀਂ ਅਸ਼ਟਪਦੀ ਦੀ ਕਥਾ ਹੋ ਰਹੀ ਹੈ। ਕੱਲ 5 ਬੰਦਾਂ ਤੱਕ ਕਥਾ ਹੋ ਗਈ ਸੀ। ਅੱਜ 6ਵੇਂ ਬੰਦ ਦੀ ਕਥਾ ਸ਼ੁਰੂ ਹੋਣੀ ਹੈ। ਇਸ ਬੰਦ ਦੀ ਪਹਿਲੀ ਪੰਕਤੀ ਹੈ, ਇਹ ਹਰ ਰਸ ਪਾਵੈ ਜਨ ਕੋਇ, ਅੰਮ੍ਰਿਤ ਪੀਵੈ ਅੰਮ੍ਰਿਤ ਸੋਹੈ। ਇਹ ਹਰ ਰਸ ਪਾਵੈ ਜਨ ਕੋਇ, ਜਨ ਹੁੰਦਾ ਪਰਮਾਤਮਾ ਦਾ ਭਗਤ। ਇਹ ਹਾਹੇ ਨੂੰ ਔਂਕੜ ਲੱਗਾ ਹੈ। ਔਂਕੜ ਇਹ ਦੱਸ ਰਿਹਾ ਕਿ ਜਿਹੜਾ ਕਿ ਰਸ ਸ਼ਬਦ ਹੈ, ਕਿਉਂਕਿ ਰਸ ਸੱਸੇ ਦੇ ਪੈਰ 'ਚ ਵੀ ਔਂਕੜ ਲੱਗਾ ਹੈ। ਰਸ ਜਿਹੜਾ ਔਂਕੜ ਉਹ ਦੱਸ ਰਿਹਾ ਕਿ ਰਸ ਜਿਹੜਾ ਸ਼ਬਦ ਹੈ ਇੱਕ ਵਚਨ ਹੈ ਅਤੇ ਪੁਲਿੰਗ ਹੈ। ਰਸ ਇੱਕ ਵਚਨ ਅਤੇ ਪੁਲਿੰਗ ਹੋਣ ਕਾਰਨ ਇਹਦੇ ਅੱਗੇ ਜਿਹੜਾ ਇਹ ਸ਼ਬਦ ਲੱਗਾ ਹੈ ਉਹ ਵੀ ਹਾਹੇ ਨੂੰ ਔਂਕੜ ਇਸ ਲਈ ਲਾਇਆ ਕਿ ਇਹ ਜਿਹੜਾ ਇੱਕ ਵਚਨ ਹੈ ਅਤੇ ਪੁਲਿੰਗ ਹੈ। ਸਿਰਫ ਇਹ ਦੱਸਦਾ ਇਹ ਹਾਹੇ ਨੂੰ ਔਂਕੜ ਬੋਲਣ ਲਈ ਨਹੀਂ ਹੈ, ਇਹ ਅਰਥ ਕਰਨ ਲਈ ਹੈ। ਜਿਵੇਂ ਨਾਨਕ, ਨੰਨੇ ਨੂੰ ਕੰਨਾ, ਨੰਨਾ ਕੱਕੇ ਨੂੰ ਸਿਹਾਰੀ। ਕੱਕੇ ਨੂੰ ਸਿਹਾਰੀ ਬੋਲਦੀ ਨਹੀਂ, ਉਹਨੂੰ ਆਪਾਂ ਨਾਨਕੇ ਨਹੀਂ ਕਹਿ ਸਕਦੇ। ਬੋਲਾਂਗੇ ਨਾਨਕ, ਸਿਹਾਰੀ ਬੋਲਣ ਵਿੱਚ ਨਹੀਂ ਹੁੰਦੀ ਕੱਕੇ ਦੀ, ਅਰਥ ਦੱਸਦੀ ਹੈ। ਨਾਨਕ ਜਦੋਂ ਸਿਹਾਰੀ ਲੱਗੇ ਤਾਂ ਨਾਨਕ ਨੇ, ਉਹਦਾ ਅਰਥ ਹੋ ਜਾਏਗਾ ਨੇ। ਇਸੇ ਤਰ੍ਹਾਂ ਹੀ ਇਹ ਜਿਹੜਾ ਹਾਹੇ ਨੂੰ ਔਂਕੜ ਲੱਗਾ ਹੈ ਇਹ ਅਰਥ ਕਰਨ ਲਈ ਹੈ, ਬੋਲਣ ਲਈ ਨਹੀਂ। ਇਹ ਹਰ ਰਸ ਪਾਵੈ ਜਨ ਕੋਇ, ਕੋਈ ਵਿਰਲਾ ਟਾਵਾਂ ਜਿਹੜਾ ਪਰਮਾਤਮਾ ਦਾ ਭਗਤ ਹੈ ਉਸ ਨੂੰ ਇਹ ਹਰੀ ਰਸ ਪ੍ਰਾਪਤ ਹੁੰਦਾ। ਅੰਮ੍ਰਿਤ ਪੀਵੈ ਅੰਮ੍ਰਿਤ ਸੋਹੈ, ਹਰ ਰਸ ਭਾਵ ਨਾਮ ਰਸ। ਕੋਈ ਵਿਰਲਾ ਟਾਵਾਂ ਪਰਮਾਤਮਾ ਦਾ ਭਗਤ ਹੈ ਜਿਹਨੂੰ ਹਰ ਰਸ ਭਾਵ ਨਾਮ ਰਸ ਪ੍ਰਾਪਤ ਹੁੰਦਾ ਹੈ। ਉਹ ਜਿਹੜਾ ਨਾਮ ਰਸ ਨੂੰ ਪੀਂਦਾ ਹੈ ਉਹਨੂੰ ਕਹਿੰਦੇ ਅੰਮ੍ਰਿਤ। ਨਾਮ ਰਸ ਨੂੰ ਅੰਮ੍ਰਿਤ ਵੀ ਕਹਿੰਦੇ। ਇਸ ਨਾਮ ਰਸ ਅੰਮ੍ਰਿਤ ਨੂੰ ਜਿਹੜਾ ਪੀਂਦਾ ਹੈ, ਪੀਵੈ ਅੰਮ੍ਰਿਤ ਸੋਹੈ, ਉਹ ਅਮਰ ਹੋ ਜਾਂਦਾ ਹੈ। ਅਮਰ ਦਾ ਮਤਲਬ ਅਮਰ, ਮਰ ਦਾ ਵਿਰੋਧੀ ਸ਼ਬਦ ਹੈ। ਅਮਰ, ਅਮਰ ਜੋ ਸਦਾ ਰਹਿਣ ਵਾਲਾ, ਜਿਹੜਾ ਮਰੇ ਨਾ। ਅਲਾ ਕਹਿੰਦਾ ਫਲਾਣਾ ਮਰ ਕੇ ਅਮਰ ਹੋ ਗਿਆ ਜੀ। ਦੁਨੀਆ ਮਗਰੋਂ ਵੀ ਉਸ ਦਾ ਨਾਮ ਯਾਦ ਰੱਖਦੀ ਹੈ। ਜਦੋਂ ਤੁਹਾਨੂੰ ਚੰਗਿਆਂ ਕੋ ਦੁਨੀਆ ਮਗਰੋਂ ਯਾਦ ਕਰੇ ਤੁਸੀਂ ਅਮਰ ਹੋ ਗਏ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ, ਇੱਕ ਸਿੱਖ ਖੜਾ ਹੋਇਆ, ਕਹਿੰਦੇ ਮਹਾਰਾਜ ਜੀ, ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਹਨੂੰ ਮਰਨ ਤੋਂ ਬਾਅਦ ਉਹਨੂੰ ਲੋਕ ਯਾਦ ਰੱਖਣ। ਕੀ ਕਰਨਾ ਚਾਹੀਦਾ? ਕੀ ਪੁੰਨਦਾਨ ਕਰਨਾ ਚਾਹੀਦਾ? ਕੀ ਕੋਈ ਧਰਮਸ਼ਾਲਾ ਬਣਾਉਣੀ ਚਾਹੀਦੀ ਹੈ? ਕੀ ਖੂਹ ਲਾਉਣਾ ਚਾਹੀਦਾ? ਕੀ ਲੰਗਰ ਲਾਉਣਾ ਚਾਹੀਦਾ? ਕੀ ਮਨੁੱਖ ਕਰੇ ਕਿ ਉਹਨੂੰ ਲੋਕ ਮਰਨ ਤੋਂ ਬਾਅਦ ਯਾਦ ਰੱਖਣ? ਗੁਰੂ ਮਹਾਰਾਜ ਕਹਿੰਦੇ ਵੀ ਗੁਰਮੁਖੋ, ਤੁਸੀਂ ਭਗਤ ਕਬੀਰ ਜੀ ਦਾ ਨਾਮ ਜਾਣਦੇ ਹੋ? ਸਾਰੇ ਕਹਿੰਦੇ ਹਾਂਜੀ, ਕਿਉਂਕਿ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ, ਸਾਰੇ ਸਿੱਖ ਜਾਣਦੇ ਨੇ। ਕਹਿੰਦੇ ਦੱਸੋ, ਭਗਤ ਕਬੀਰ ਜੀ ਦੇ ਵੇਲੇ ਹਿੰਦੁਸਤਾਨ ਦਾ ਰਾਜਾ ਕੌਣ ਸੀ? ਉਹ ਕੋਈ ਵੀ ਨਹੀਂ ਦੱਸ ਸਕਿਆ। ਕਹਿੰਦੇ ਦੇਖੋ, ਕਬੀਰ ਸਾਹਿਬ ਗਰੀਬ ਜੁਲਾਹੇ ਸਨ, ਉਹਦਾ ਨਾਮ ਤਾਂ ਤੁਸੀਂ ਜਾਣਦੇ ਹੋ। ਜਿਹੜਾ ਐਡੇ ਵੱਡੇ ਦੇਸ਼ ਦਾ ਰਾਜਾ ਸੀ ਉਹਦਾ ਤੁਸੀਂ ਨਾਮ ਨਹੀਂ ਜਾਣਦੇ। ਕਬੀਰ ਸਾਹਿਬ ਦਾ ਨਾਮ ਕਿਉਂ ਜਾਣਦੇ ਹੋ? ਕਿਉਂਕਿ ਉਹਨਾਂ ਭਜਨ ਬੰਦਗੀ ਕੀਤੀ। ਜਿਹੜੀ ਭਜਨ ਬੰਦਗੀ ਹੈ ਇਹੀ ਮਨੁੱਖ ਨੂੰ ਅਮਰ ਕਰਦੀ ਹੈ।
ਕਹਿੰਦੇ ਭਾਈ ਜੇ ਤੂੰ ਚਾਹੁੰਦਾ ਕਿ ਤੈਨੂੰ ਲੋਕ ਮਗਰੋਂ ਯਾਦ ਰੱਖਣ, ਫਿਰ ਭਜਨ ਬੰਦਗੀ ਕਰ। ਭਜਨ ਬੰਦਗੀ ਕਰਕੇ ਸੰਤ ਮਹਾਤਮਾ ਜੋ ਬੰਦਾ ਬਣ ਜਾਂਦਾ ਹੈ, ਦੁਨੀਆ ਯਾਦ ਕਰਦੀ, ਬਰਸੀਆਂ ਮਨਾਉਂਦੀ ਹੈ। ਇਸ ਲਈ ਅੰਮ੍ਰਿਤ ਪੀਵੈ ਅਮਰ ਸੋਹੈ, ਇਸ ਨਾਮ ਰਸ ਨੂੰ ਜਿਹੜਾ ਪੀਂਦਾ ਨਾ ਉਹ ਅਮਰ ਹੋ ਜਾਂਦਾ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ। ਇਹਨੂੰ ਪ੍ਰਗਟੇ ਨਹੀਂ ਪੜ੍ਹਨਾ, ਰਾਰਾ ਪੂਰਾ ਨਹੀਂ ਪੜ੍ਹਨਾ। ਪ੍ਰਗਟ ਪੰਜਾਬੀ ਦਾ ਸ਼ਬਦ ਹੈ, ਉਹ ਪੱਪਾ ਰਾਰਾ ਗੱਗਾ ਟੈਂਕੇ ਲਾ ਗਈ ਪ੍ਰਗਟੇ, ਰਾਰਾ ਪੂਰਾ ਹੋਏਗਾ। ਜੇ ਜਦੋਂ ਇਹ ਪੰਜਾਬੀ ਦਾ ਸ਼ਬਦ ਹੋਏਗਾ ਰਾਰਾ ਪੂਰਾ ਹੋਏਗਾ। ਜਦੋਂ ਪੈਰ 'ਚ ਰਾਰਾ ਹੋਵੇ ਫਿਰ ਇਹ ਹਿੰਦੀ ਦਾ ਹੁੰਦਾ, ਫਿਰ ਇਹਨੂੰ ਤੇਜ਼ੀ ਨਾਲ ਪੜ੍ਹਨਾ ਪ੍ਰਗਟੇ। ਫਿਰ ਪ੍ਰਗਟੇ ਨਹੀਂ ਪੜ੍ਹਨਾ, ਪ੍ਰਗਟੇ। ਪ੍ਰਗਟੇ ਮੈਨੇ ਪ੍ਰਗਟ ਹੋ ਗਏ। ਗੁਣ ਤਾਸ, ਤਾਸ ਹੁੰਦਾ ਖਜ਼ਾਨਾ। ਗੁਣ ਤਾਸ, ਗੁਣਾਂ ਦਾ ਖਜ਼ਾਨਾ ਭਾਵ ਪਰਮਾਤਮਾ। ਜਾ ਕੇ ਮਨ ਪ੍ਰਗਟੇ ਗੁਣਤਾਸ, ਜਿਹਦੇ ਮਨ 'ਚ ਗੁਣਾਂ ਦਾ ਖਜ਼ਾਨਾ ਪਰਮਾਤਮਾ ਪ੍ਰਗਟ ਹੋ ਗਿਆ ਨਾ, ਉਸ ਪੁਰਖ ਕਾ ਨਾਹੀ ਕਦੇ ਵਿਨਾਸ਼। ਉਸ ਪੁਰਖ ਦਾ ਤਾਂ ਕਦੇ ਨਾਸ਼ ਹੀ ਨਹੀਂ ਹੁੰਦਾ, ਉਹਦਾ ਕਦੇ ਨਾਸ਼ ਨਹੀਂ ਹੁੰਦਾ, ਉਹ ਅਮਰ ਹੋ ਜਾਂਦਾ ਹੈ। ਆਠ ਪਹਿਰ ਹਰ ਕਾ ਨਾਮ ਲੈ, ਸੱਚ ਉਪਦੇਸ਼ ਸੇਵਕ ਕੋ ਦੇ। ਫਿਰ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਪ੍ਰਗਟ ਹੋ ਜਾਂਦਾ ਹੈ, ਉਹ ਵਿਅਕਤੀ ਫਿਰ ਕੀ ਕਰਦਾ? ਆਠ ਪਹਿਰ, ਅਠੇ ਪਹਿਰ। ਪੁਰਾਣੇ ਜ਼ਮਾਨੇ 'ਚ 24 ਘੰਟਿਆਂ ਨੂੰ ਕਹਿੰਦੇ 8 ਪਹਿਰ। ਪਹਿਰ 3 ਘੰਟਿਆਂ ਨੂੰ ਕਹਿੰਦੇ ਨੇ। 3 ਘੰਟਿਆਂ ਦੇ ਇੱਕ ਪਹਿਰ ਹੁੰਦਾ ਅਤੇ 8 ਪਹਿਰ ਪਾਠ ਦੀ ਹੈ 24 ਦਿਨ ਰਾਤ। 8 ਪਹਿਰ ਹਰ ਕਾ ਨਾਮ ਲੈ, ਉਹ ਫਿਰ 8 ਪਹਿਰ ਭਾਵ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ। ਸੱਚ ਉਪਦੇਸ਼ ਸੇਵਕ ਕੋ ਦੇ, ਅਤੇ ਆਪਣੇ ਸੇਵਕਾਂ ਨੂੰ ਰੱਬੀ ਉਪਦੇਸ਼ ਦਿੰਦਾ ਹੈ। ਸੱਚ ਪਰਮਾਤਮਾ, ਪਰਮਾਤਮਾ ਨੇ ਜੋ ਉਸ ਨੂੰ ਉਪਦੇਸ਼ ਦਿੱਤਾ, ਉਹੀ ਉਪਦੇਸ਼ ਆਪਣੇ ਸੇਵਕਾਂ ਨੂੰ ਅੱਗੇ ਦਿੰਦਾ। ਜੋ ਪਰਮਾਤਮਾ ਨੇ ਗੁਰੂ ਮਹਾਰਾਜ ਨੂੰ ਉਪਦੇਸ਼ ਦਿੱਤਾ, ਗੁਰੂ ਮਹਾਰਾਜ ਨੇ ਉਹੀ ਉਪਦੇਸ਼ ਸ਼੍ਰੀ ਗੁਰੂ ਗ੍ਰੰਥ 'ਚ ਲਿਖ ਦਿੱਤਾ। ਅਸੀਂ ਗੁਰੂ ਮਹਾਰਾਜ ਦੇ ਸੇਵਕ ਹਾਂ, ਸਾਨੂੰ ਉਹਨੇ ਰੱਬ ਦਾ ਉਪਦੇਸ਼ ਦਿੱਤਾ। ਭਾਈ ਇਹ ਰੱਬੀ ਉਪਦੇਸ਼ ਹੈ। ਸਗੋਂ ਉਹਨਾਂ ਨੇ ਤਾਂ ਇਸ ਨੂੰ ਰੱਬੀ ਹੁਕਮ ਕਿਹਾ ਹੈ ਵੀ ਉਪਦੇਸ਼ ਤਾਂ ਇੱਕ ਸਿੱਖਿਆ ਹੈ, ਕੋਈ ਮੰਨੇ ਨਾ ਮੰਨੇ। ਇੱਕ ਹੁਕਮ ਹੈ, ਉਹਦੇ ਮੰਨਣਾ ਹੀ ਪੈਂਦਾ। ਜੇ ਜਿਵੇਂ ਸਰਕਾਰ ਨੇ ਹੁਕਮ ਕਰਤਾ ਕਿ ਹਰ ਇੱਕ ਬੰਦਾ ਜਿਹੜਾ ਘਰੋਂ ਬਾਹਰ ਨਿਕਲੇਗਾ, ਉਹ ਮੂੰਹ 'ਤੇ ਕੱਪੜਾ ਬੰਨ੍ਹ ਕੇ ਨਿਕਲੇਗਾ। ਨੰਗੇ ਮੂੰਹ ਨਹੀਂ ਨਿਕਲ ਸਕਦਾ, ਉਹਦਾ ਮੂੰਹ ਨੱਕ ਢੱਕਿਆ ਹੋਣਾ ਚਾਹੀਦਾ। ਇਹ ਹੁਕਮ ਹੈ। ਜਿਹੜਾ ਨਹੀਂ ਢੱਕੇਗਾ, ਕੱਲ੍ਹ ਮੈਂ ਆ ਰਿਹਾ ਸੀ, ਮੇਰੇ ਅੱਗੇ ਜਿਹੜਾ ਇੱਕ ਮੋਟਰਸਾਈਕਲ ਜਾ ਰਿਹਾ ਸੀ ਬੰਦਾ, ਅੱਗੇ ਪੁਲਿਸ ਵਾਲੇ ਸਨ, ਉਹਨਾਂ ਨੂੰ ਰੋਕ ਲਿਆ। ਮੈਂ ਦੇਖਿਆ ਵੀ ਹਾਂ ਇਹਨੇ ਮਾਸਕ ਨਹੀਂ ਮੂੰਹ 'ਤੇ ਪਾਇਆ, ਹੁਣ ਇਹਦਾ ਚਲਾਨ ਕਰਨਗੇ, ਕੋਈ ਇਹਨੂੰ ਜੁਰਮਾਨਾ ਕਰਨਗੇ। ਇਹ ਹੁਕਮ ਹੈ ਨਾ। ਜਿਹੜਾ ਹੁਕਮ ਨਹੀਂ ਮੰਨਦਾ ਉਹਨੂੰ ਸਜ਼ਾ ਮਿਲਦੀ ਹੈ। ਅਸੀਂ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ, ਆਪਣੀ ਮਰਜ਼ੀ ਕਰਦੇ ਹਾਂ। ਆਹ ਜਿਹੜੇ ਦੁੱਖ ਹੁੰਦੇ ਨੇ ਸਾਡੀ ਜ਼ਿੰਦਗੀ 'ਚ, ਇਹ ਸਜ਼ਾ ਹੀ ਹੈ ਨਾ। ਗਰੀਬੀ ਵੀ ਸਜ਼ਾ ਹੈ, ਬਿਮਾਰੀਆਂ ਵੀ ਸਜ਼ਾ ਹਨ, ਹੋਰ ਕਿਸੇ ਪ੍ਰਕਾਰ ਦਾ ਦੁੱਖ ਹੈ ਉਹ ਵੀ ਸਜ਼ਾ ਹੈ। ਹੁਕਮ ਨਹੀਂ ਮੰਨਿਆ, ਪਰਮਾਤਮਾ ਨੇ ਸਜ਼ਾ ਦਿੱਤੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਉਹ ਆਪਣੇ ਸੇਵਕਾਂ ਨੂੰ ਵੀ ਸੱਚ ਉਪਦੇਸ਼, ਰੱਬੀ ਉਪਦੇਸ਼ ਦਿੰਦਾ ਹੈ ਕਿ ਭਾਈ ਪਰਮਾਤਮਾ ਆਹ ਕਹਿੰਦਾ। ਸਭ ਤੋਂ ਵੱਡਾ ਪਰਮਾਤਮਾ ਦਾ ਹੁਕਮ ਹੈ ਕਿ ਮੇਰਾ ਨਾਮ ਜਪੋ।
ਸਭ ਤੋਂ ਵੱਡਾ ਪਰਮਾਤਮਾ ਦਾ ਹੁਕਮ ਹੈ ਕਿ ਮੇਰਾ ਨਾਮ ਜਪੋ, ਭਾਵ ਮੇਰੀ ਰਜ਼ਾ 'ਚ ਰਹੋ, ਜਿਵੇਂ ਮੈਂ ਕਹਿੰਦਾ ਉਵੇਂ ਕਰੋ। ਐਕਚੁਅਲੀ ਸਾਰੀ ਬਾਣੀ ਪਰਮਾਤਮਾ ਦਾ ਹੁਕਮ ਹੈ। ਜਿਹੜਾ ਸਿੱਖ ਨਹੀਂ ਮੰਨਦਾ ਉਹਦੀ ਜ਼ਿੰਦਗੀ ਦੁੱਖ ਹੀ ਦੁੱਖ ਆਉਂਦੇ ਰਹਿੰਦੇ ਨੇ। ਜਿਹੜਾ ਮੰਨਦਾ ਉਹ ਹੌਲੀ ਹੌਲੀ ਸੁਖੀ ਹੋਣ ਲੱਗ ਜਾਂਦਾ। ਮੰਨ ਲਓ ਤੁਸੀਂ ਸਰਕਾਰ ਦੇ ਸਾਰੇ ਕਾਨੂੰਨਾਂ ਨੂੰ ਮੰਨਦੇ ਹੋ, ਤੁਹਾਨੂੰ ਕੋਈ ਕੁਛ ਨਹੀਂ ਕਹੇਗਾ। ਸਰਕਾਰ ਤੁਹਾਨੂੰ ਕੁਛ ਨਹੀਂ ਕਹੇਗੀ। ਹਾਂ, ਕੋਈ ਆਂਢੀ ਗੁਆਂਢੀ, ਕੋਈ ਹੋਰ ਜ਼ੋਰਾਵਰ ਬੰਦਾ, ਉਹ ਭਾਵੇਂ ਤੁਹਾਨੂੰ ਤੰਗ ਕਰੇ, ਸਰਕਾਰ ਕੁਛ ਨਹੀਂ ਕਹੇਗੀ, ਕਿਉਂਕਿ ਅਸੀਂ ਉਹਦਾ ਹੁਕਮ ਮੰਨ ਰਹੇ ਹਾਂ। ਕਿਸ ਤਰ੍ਹਾਂ ਫਿਰ ਪਰਮਾਤਮਾ ਕੁਛ ਨਹੀਂ ਕਹਿੰਦਾ ਜਦੋਂ ਅਸੀਂ ਉਹਦਾ ਹੁਕਮ ਮੰਨਦੇ ਹਾਂ। ਇਹੀ ਸੱਚਾ ਉਪਦੇਸ਼ ਹੈ। ਉਹ ਜਿਹੜਾ ਪਰਮਾਤਮਾ ਦਾ ਭਗਤ ਹੈ, ਜਿਹੜਾ 8 ਪਹਿਰ ਪਰਮਾਤਮਾ ਦਾ ਨਾਮ ਲੈਂਦਾ ਹੈ, ਉਹ ਆਪਣੇ ਸੇਵਕਾਂ ਨੂੰ ਵੀ ਸੱਚਾ ਉਪਦੇਸ਼ ਦਿੰਦਾ ਹੈ। ਆਪਣੇ ਕੋਲੋਂ ਉਪਦੇਸ਼ ਨਹੀਂ ਦਿੰਦਾ, ਉਹ ਰੱਬੀ ਉਪਦੇਸ਼ ਦਿੰਦਾ। ਜਿਵੇਂ ਗੁਰੂ ਮਹਾਰਾਜ ਆਪਣੇ ਕੋਲੋਂ ਉਪਦੇਸ਼ ਨਹੀਂ ਸਾਨੂੰ ਦਿੱਤਾ, ਉਹ ਜੋ ਰੱਬੀ ਹੁਕਮ ਸੀ ਗੁਰੂ ਮਹਾਰਾਜ ਸਾਨੂੰ ਉਹੀ ਕਿਹਾ ਹੈ। ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮੈਂ ਰਾਖੈ ਹਰ ਹਰ ਏਕ। ਜਿਹੜਾ ਮਨ 'ਚ ਇੱਕ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਦਾ ਹੈ। ਪਹਿਲਾਂ ਯਾਦ ਰੱਖਣ ਦਾ ਢੰਗ ਹੈ ਵਾਹਿਗੁਰੂ 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 ਕਰੀ ਜਾਣਾ। ਕਿਉਂਕਿ ਜੇ ਤੇ ਪਰਮਾਤਮਾ ਵਿਅਕਤੀ ਹੁੰਦਾ ਨਾ, ਉਸ ਨੂੰ ਪ੍ਰੇਮ ਕਰਨਾ ਆਸਾਨ ਹੈ। ਜਿਵੇਂ ਗੁਰੂ ਮਹਾਰਾਜ ਜਦੋਂ ਸਰੀਰ ਦੇ ਵਿੱਚ ਸਨ, ਪਰਮਾਤਮਾ ਨਾਲੋਂ ਗੁਰੂ ਨੂੰ ਪਿਆਰ ਕਰਨਾ ਆਸਾਨ ਹੈ, ਕਿਉਂਕਿ ਦਿਸ ਰਹੇ ਹੁੰਦੇ ਨੇ। ਕਿਸੇ ਸਾਧੂ ਸੰਤ ਨੂੰ ਪਿਆਰ ਕਰਨਾ ਆਸਾਨ ਹੈ, ਕਿਉਂਕਿ ਦਿਸ ਰਿਹਾ ਹੁੰਦਾ। ਪਰਮਾਤਮਾ ਤਾਂ ਦਿਸਦਾ ਨਹੀਂ ਹੈ, ਇਸ ਲਈ ਉਹਦੇ ਨਾਲ ਪਿਆਰ ਛੇਤੀ ਛੇਤੀ ਨਹੀਂ ਪੈਂਦਾ। ਐਕਚੁਅਲੀ ਤੇ ਸਰੀਰਾਂ ਨਾਲ ਤੇ ਮੋਹ ਹੁੰਦਾ, ਪਿਆਰ ਨਹੀਂ ਹੁੰਦਾ। ਪਰਮਾਤਮਾ ਦਿਸਦਾ ਹੀ ਨਹੀਂ ਹੈਗਾ, ਇਸ ਲਈ ਉਹਦੇ ਨਾਲ ਪ੍ਰੇਮ ਹੀ ਹੋਏਗਾ ਜਦੋਂ ਹੋਏਗਾ। ਹੁਣ ਉਹ ਦਿਸਦਾ ਹੈ ਨਹੀਂ, ਉਹਦੇ ਨਾਲ ਪ੍ਰੇਮ ਕਿਵੇਂ ਪਵੇ? ਗੁਰਬਾਣੀ ਕਹਿੰਦੇ ਤੁਸੀਂ ਉਹਦਾ ਨਾਮ ਜਪੀ ਜਾਓ, ਜਪੀ ਜਾਓ, ਵਾਹਿਗੁਰੂ ਵਾਹਿਗੁਰੂ, ਉੜਦੇ ਬੈਠਦੇ ਤੁਰਦੇ ਫਿਰਦੇ ਕਰੀ ਜਾਓ। ਅਸਲ ਵਿੱਚ ਅਸੀਂ ਪਰਮਾਤਮਾ ਦੇ ਬੱਚੇ ਹਾਂ। ਪਰਮਾਤਮਾ ਦੇ ਸਾਨੂੰ ਪਿਆਰ ਕਰ ਹੀ ਰਿਹਾ, ਬਸ ਅਸੀਂ ਨਹੀਂ ਕਰ ਰਹੇ। ਜਿਵੇਂ ਕਿੰਨੇ ਹੀ ਬੱਚੇ ਨੇ ਮਾਂ ਪਿਓ ਦੇ ਬੱਚਿਆਂ ਨੂੰ ਪਿਆਰ ਕਰਦੇ ਨੇ, ਬੱਚੇ ਮਾਂ ਪਿਓ ਨੂੰ ਪਿਆਰ ਨਹੀਂ ਕਰਦੇ। ਮਾਂ ਪਿਓ ਕਰ ਹੁੰਦੇ ਨੇ, ਬੱਚੇ ਨਹੀਂ ਕਰਦੇ। ਇਸੇ ਤਰ੍ਹਾਂ ਪਰਮਾਤਮਾ ਦੇ ਅਸੀਂ ਬੱਚੇ ਹਾਂ। ਪਰਮਾਤਮਾ ਦਾ ਸਾਨੂੰ ਪਿਆਰ ਕਰ ਹੀ ਰਿਹਾ, ਅਸੀਂ ਹੀ ਨਹੀਂ ਕਰਦੇ। ਜਦੋਂ ਅਸੀਂ ਪਿਆਰ ਕਰਨ ਲੱਗ ਜਾਵਾਂਗੇ, ਉਹਦਾ ਢੰਗ ਕੀ ਹੈ? ਪਰਮਾਤਮਾ ਨੂੰ ਯਾਦ ਕਰੀ ਜਾਣਾ, ਵਾਹਿਗੁਰੂ 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 ਕਰੀ ਜਾਣਾ, ਸਾਲਾਂ ਬੱਧੀ ਕਰੀ ਜਾਣਾ। ਹੌਲੀ ਹੌਲੀ ਪਰਮਾਤਮਾ ਨਾਲ ਫਿਰ ਪਿਆਰ ਹੋ ਜਾਏਗਾ। ਫਿਰ ਜਾਪ ਕਰੀ ਜਾਓ। ਜਦੋਂ ਪਰਮਾਤਮਾ ਨਾਲ ਪੂਰੀ ਤਰ੍ਹਾਂ ਪਿਆਰ ਹੋ ਗਿਆ, ਫਿਰ ਜਾਪ ਕਰਨ ਦੀ ਲੋੜ ਨਹੀਂ। ਪਿਆਰਾ ਆਪਣੇ ਆਪ ਹੀ ਯਾਦ ਆਈ ਜਾਂਦਾ ਹੈ। ਇਹ ਆਵਾਜ਼ਾਂ ਉਨੀ ਦੇਰ ਹੀ ਮਾਰਨੀਆਂ ਪੈਂਦੀਆਂ ਨੇ ਜਿੰਨਾ ਚਿਰ ਪਿਆਰ ਨਾ ਹੋਵੇ। ਜਦੋਂ ਪਿਆਰ ਹੋ ਜਾਏਗਾ ਨਾ, ਫਿਰ ਪਿਆਰਾ ਆਪਣੇ ਆਪ ਯਾਦ ਆਈ ਜਾਂਦਾ ਹੈ। ਸੰਸਾਰਕ ਉਦਾਹਰਨ ਦੇਣ ਲਈ ਹੈ, ਲੜਕੇ ਲੜਕੀਆਂ ਪਿਆਰ ਕਰਦੇ ਨੇ, ਉਹਨੂੰ ਆਵਾਜ਼ਾਂ ਮਾਰਨ ਦੀ ਲੋੜ ਨਹੀਂ ਹੁੰਦੀ। ਉਹ ਇੱਕ ਦੂਜੇ ਨੂੰ ਅੰਦਰ ਖਾਤੇ ਯਾਦ ਕਰਦੇ ਰਹਿੰਦੇ ਨੇ, ਕਿਉਂਕਿ ਪਿਆਰ ਹੈ। ਜਦੋਂ ਰੱਬ ਦਾ ਪਿਆਰ ਇੱਥੋਂ ਤੱਕ ਪਹੁੰਚ ਜਾਏਗਾ, ਫਿਰ ਗੱਲ ਬਣ ਜਾਏਗੀ। ਫਿਰ ਗੱਲ ਬਣ ਜਾਂਦੀ ਹੈ। ਮਨ ਮੈਂ ਰਾਖੈ ਹਰ ਹਰ ਏਕ। ਉਹ ਮਨ ਦੇ ਵਿੱਚ ਹਮੇਸ਼ਾ ਇੱਕ ਪਰਮਾਤਮਾ ਦੀ ਯਾਦ ਰੱਖਦਾ ਹੈ। ਫਿਰ ਕੀ ਹੁੰਦਾ ਹੈ? ਮੋਹ ਮਾਇਆ ਕੈ ਸੰਗ ਨਾ ਲੇਪ। ਇਹਦਾ ਮਾਇਆ ਦੇ ਮੋਹ ਨਾਲ ਫਿਰ ਕੋਈ ਲੇਪ ਨਹੀਂ ਰਹਿੰਦਾ। ਭਾਵ ਮਾਇਆ ਦਾ ਉਸ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਮਾਇਆ ਹੁੰਦੀ ਹੈ,
ਮਾਇਆ ਤੋਂ ਬਿਨਾਂ ਤਾਂ ਬੰਦੇ ਦੀ ਕੀਮਤ ਹੀ ਕੋਈ ਨਹੀਂ। ਆ ਲੋਕਡਾਊਨ ਦੇ ਵਿੱਚ ਸਿਰਫ ਉਹੀ ਲੋਕ ਸੁਖੀ ਰਹੇ ਜਿਨ੍ਹਾਂ ਕੋਲੇ ਮਾਇਆ ਸੀ। ਜਿਨ੍ਹਾਂ ਵਿਚਾਰਿਆਂ ਕੋਲੇ ਮਾਇਆ ਨਹੀਂ ਸੀ, ਉਹਨਾਂ ਤੋਂ ਪੁੱਛ ਕੇ ਵੇਖੋ ਉਹਨਾਂ ਦਾ ਕਿੰਨਾ ਸਮਾਂ ਔਖਾ ਲੰਘ ਰਿਹਾ ਹੈ। ਗੁਰੂ ਨਾਨਕ ਦੇਵ ਨੂੰ ਇਸ ਗੱਲ ਦਾ ਪਤਾ ਸੀ ਵੀ ਮਾਇਆ ਤੋਂ ਬਿਨਾਂ ਇਹ ਸਰੀਰ, ਇਹ ਪਰਿਵਾਰ ਨਹੀਂ ਚੱਲ ਸਕਦਾ। ਜੇ ਮਾਇਆ ਨਹੀਂ ਤਾਂ ਮਨੁੱਖ ਮੰਗਤਾ ਹੋ ਜਾਏਗਾ। ਇਹਨਾਂ ਦਿਨਾਂ ਕਿੰਨੇ ਹੀ ਲੋਕ ਤੁਹਾਡੇ ਘਰਾਂ 'ਚ ਮੰਗਣ ਆਏ ਨਾ, ਇਹ ਉਮੀਦ ਰੱਖ ਕੇ ਇਹਨਾਂ ਦੀ ਕੋਠੀ ਹੈ, ਇਹਨਾਂ ਕੋਲ ਜ਼ਰੂਰ ਕੋਈ ਪੈਸਾ ਹੋਏਗਾ, ਚਲੋ ਇਹਨਾਂ ਤੋਂ ਜਾ ਕੇ ਮੰਗਦੇ ਹਨ। ਗੁਰੂ ਨਾਨਕ ਦੇਵ ਜੀ ਨੇ ਸੋਚਿਆ ਕਿ ਮੇਰਾ ਸਿੱਖ ਮੰਗਤਾ ਨਹੀਂ ਹੋਣਾ ਚਾਹੀਦਾ, ਕਿਉਂਕਿ ਉਸ ਵੇਲੇ ਕਰੋੜਾਂ ਲੋਕ ਮੰਗਤੇ ਸਨ। ਸਿਰਫ ਇੰਨੇ ਕਿ ਸਾਧੂ ਵਾਲੇ ਉਹਨਾਂ ਨੇ ਕੱਪੜੇ ਪਾ ਰੱਖੇ ਸਨ, ਹੈਨ ਮੰਗਤੇ ਹੀ ਸਨ। ਜਿਹੜਾ ਬੰਦਾ ਸਾਧੂ ਵਾਲੇ ਕੱਪੜੇ ਪਾ ਕੇ ਤੁਹਾਡੇ ਬੂਹੇ ਆ ਕੇ ਮੰਗਣ ਲੱਗ ਜਾਂਦਾ ਹੈ, ਉਹ ਸਾਧੂ ਨਹੀਂ ਹੁੰਦਾ, ਉਹ ਮੰਗਤਾ ਹੀ ਹੁੰਦਾ ਹੈ। ਠੀਕ ਹੈ, ਉਹਨੇ ਸਾਧੂ ਵਾਲੇ ਕੱਪੜੇ ਪਾ ਲਏ ਵੀ ਲੋਕ ਕੱਪੜੇ ਵੇਖ ਕੇ ਮੈਨੂੰ ਕੁਛ ਨਾ ਕੁਛ ਦੇ ਦੇਣਗੇ। ਜਿਵੇਂ ਮੰਗਤਾ ਹੈ, ਕਦੇ ਵੀ ਚਿੱਟੇ ਕੱਪੜੇ ਪਾ ਕੇ ਤੁਹਾਡੇ ਘਰ ਨਹੀਂ ਮੰਗਣ ਆਵੇਗਾ, ਉਹ ਸੜੇ ਜਿਹੇ ਕੱਪੜੇ ਪਾਏ ਹੋਣਗੇ। ਭਾਵੇਂ ਉਂਝ ਉਹਦੇ ਕੋਲ ਕਿੰਨੇ ਪੈਸੇ ਹੋਣ, ਪਰ ਇਹ ਕੱਪੜੇ ਸੜੇ ਜਿਹੇ ਪਾਏ ਹੁੰਦੇ ਨੇ ਤਾਂ ਜੋ ਲੋਕਾਂ ਨੂੰ ਵੇਖ ਕੇ ਉਹਦੀ ਹਾਲਤ ਤਰਸ ਆ ਜਾਏ ਅਤੇ ਕੁਛ ਲੋਕ ਦੇ ਦੇਣ। ਉਹਨੇ ਇਸ ਲਈ ਸੜੇ ਜਿਹੇ ਕੱਪੜੇ ਪਾਏ ਹੁੰਦੇ ਨੇ, ਕਿਉਂਕਿ ਮੰਗਤਾ ਹੋਣ ਲਈ ਵੀ ਤਾਂ ਇੱਕ ਦਿਸਣਾ ਚਾਹੀਦਾ ਨੇ, ਵਾਕਈ ਜਿਹੜਾ ਸਾਹਮਣੇ ਬੰਦਾ ਖੜ੍ਹਾ ਵਾਕਈ ਮੰਗਤਾ ਲੱਗਦਾ ਹੈ। ਹੁਣ ਮੋਟਰਸਾਈਕਲ 'ਤੇ ਬੰਦਾ ਚੜ੍ਹਿਆ, ਕਿਹਾ ਕਿ ਮੇਰਾ ਦਰਵਾਜ਼ਾ ਖੜਨਾ, ਬਾਬਾ ਜੀ ਕੋਈ ਖੈਰ ਪਾਓ, ਅਤੇ ਮੈਂ ਕਹਾਂਗਾ ਤੂੰ ਮੰਗਤਾ ਥੋੜ੍ਹਾ, ਤੂੰ ਤਾਂ ਮੋਟਰਸਾਈਕਲ ਚੜ੍ਹਿਆ ਹੋਇਆ ਹੈ। ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਸੋਚਿਆ ਕਿ ਮੇਰਾ ਸਿੱਖ ਮੰਗਤਾ ਨਹੀਂ ਚਾਹੀਦਾ। ਮੇਰੇ ਸਿੱਖ ਨੇ ਕਰਨੀ ਹੈ ਭਜਨ ਬੰਦਗੀ, ਅਤੇ ਮੰਗਣਾ ਰੁਕਾਵਟ ਪਾਵੇਗਾ। ਇਸ ਲਈ ਉਹਨਾਂ ਪਹਿਲੀ ਗੱਲ ਕਹੀ, ਕਿਰਤ ਕਰਨਾ। ਹਰ ਇੱਕ ਸਿੱਖ ਨੇ ਕਿਰਤ ਕਰਨੀ, ਆਪਣਾ ਕਮਾ ਕੇ ਖਾਣਾ ਹੈ, ਆਪਣਾ ਕਮਾ ਕੇ ਖਾਣਾ। ਦੂਜਾ ਨਾ ਕਿ ਫਿਰ ਨਾਮ ਜਪਣਾ, ਕਿਉਂ? ਜੇ ਪਹਿਲਾਂ ਕਿ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਨਹੀਂ ਗੱਲ ਬਣਨੀ ਸੀ। ਗੁਰਬਾਣੀ ਕਹਿੰਦੇ ਭੂਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਜੇ ਗੁਰੂ ਮਹਾਰਾਜ ਕਹਿੰਦੇ ਨਾਮ ਜਪੋ, ਫਿਰ ਕਹਿੰਦੇ ਕਿਰਤ ਕਰੋ। ਅਗਲਾ ਕਹਿੰਦੇ ਖਾਣ ਨੂੰ ਤਾਂ ਰੋਟੀ ਨਹੀਂ ਮਿਲਦੀ, ਨਾਮ ਕੀ ਜਪੀਏ ਜੀ। ਪਹਿਲਾਂ ਖਾਣ ਨੂੰ ਹੋਣਾ ਚਾਹੀਦਾ, ਅਤੇ ਉਹ ਕਾਹਦੇ ਨਾਲ ਮਿਲੇਗਾ? ਉਹ ਮਾਇਆ ਨਾਲ ਮਿਲੇਗਾ। ਅਤੇ ਮਾਇਆ ਕਿੱਥੋਂ ਮਿਲੇਗੀ? ਕਿਰਤ ਕਰਕੇ। ਇਸ ਲਈ ਕਿ ਕਿਰਤ ਕਰੋ, ਤੁਹਾਡੇ ਕੋਲ ਮਾਇਆ ਹੋਵੇਗੀ, ਰੋਟੀ ਪਾਣੀ ਕੱਪੜਾ ਮਕਾਨ ਹੋਵੇਗਾ, ਤੁਸੀਂ ਥੋੜ੍ਹਾ ਜਿਹਾ ਨਿਸ਼ਚਿੰਤ ਹੋਵੋਗੇ। ਭਜਨ ਬੰਦਗੀ ਕਰਨ ਲਈ ਨਿਸ਼ਚਿੰਤ ਹੋਣਾ ਜ਼ਰੂਰੀ ਹੈ। ਮੰਨ ਲਓ ਮੈਨੂੰ ਕੋਈ ਚਿੰਤਾ ਲੱਗੀ ਹੋਏ, ਭਜਨ ਬੰਦਗੀ ਦੇ ਕਰੀ ਜਾਊਗਾ, ਧਿਆਨ ਤੇ ਚਿੰਤਾ ਵਾਲੀ ਰਹੇਗਾ, ਭਜਨ ਬੰਦਗੀ ਨਹੀਂ ਟਿਕੇਗਾ। ਭਜਨ ਬੰਦਗੀ ਧਿਆਨ ਨਹੀਂ ਟਿਕੇਗਾ। ਭਜਨ ਬੰਦਗੀ ਧਿਆਨ ਟਿਕਾਉਣਾ ਤਾਂ ਸਾਨੂੰ ਥੋੜ੍ਹਾ ਜਿਹਾ ਨਿਸ਼ਚਿੰਤ ਹੋਣਾ ਪੈਣਾ। ਇਸ ਲਈ ਉਹਨਾਂ ਨੇ ਕਿਹਾ ਭਾਈ ਕਿਰਤ ਕਰੋ, ਪਰ ਮਾਇਆ ਹੋਵੇਗੀ ਤਾਂ ਗੱਲ ਬਣੇਗੀ। ਇਸ ਲਈ ਜਿਹੜਾ ਸਿੱਖ ਹੈ ਰਹਿੰਦਾ ਤਾਂ ਮਾਇਆ ਵਿੱਚ ਹੈ, ਪਰ ਉਹ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਨਿਰਲੇਪ ਦਾ ਕੀ ਮਤਲਬ ਹੈ? ਕੋਈ ਹਰਾਮ ਦੀ ਕਮਾਈ ਨਹੀਂ ਉਹ ਕਰਦਾ, ਕੋਈ ਚੋਰੀ ਨਹੀਂ ਕਰਦਾ, ਡਾਕਾ ਨਹੀਂ ਮਾਰਦਾ, ਠੱਗੀ ਨਹੀਂ ਕਰਦਾ, ਮਿਲਾਵਟ ਨਹੀਂ ਕਰਦਾ, ਧੋਖਾਧੜੀ ਨਹੀਂ ਕਰਦਾ, ਰਿਸ਼ਵਤ ਨਹੀਂ ਲੈਂਦਾ, ਕਿਸੇ ਦੇ ਪੈਸੇ ਖੋਹਦਾ ਨਹੀਂ ਹੈ, ਕਿਸੇ ਪੈਸੇ ਦਬਦਾ ਨਹੀਂ ਹੈ, ਮੁਕਰਦਾ ਨਹੀਂ ਹੈ। ਉਹ ਦਸਾਂ ਨੂੰ ਦੀ ਕਿਰਤ ਕਰਦਾ। ਉਹ ਫਿਰ ਇਸ ਤਰ੍ਹਾਂ ਦਸਾਂ ਨੂੰ ਦੀ ਕਿਰਤ ਕਰਦਾ ਕਰਦਾ ਮਾਇਆ ਉਹਦੇ ਕੋਲ ਹੁੰਦੀ ਹੈ, ਪਰ ਮਾਇਆ ਦਾ ਮੋਹ ਨਹੀਂ ਹੁੰਦਾ ਹੈ, ਕਿਉਂਕਿ ਜਿੱਥੇ ਮੋਹ ਹੈਗਾ ਧਿਆਨ ਉੱਧਰ ਹੀ ਜਾਏਗਾ। ਜਿਸ ਚੀਜ਼ ਵਿੱਚ ਤੁਹਾਡਾ ਮੋਹ ਹੋਵੇਗਾ, ਪਾਠ ਕਰਦਿਆਂ ਕਰਦੇ ਤੁਹਾਡਾ ਧਿਆਨ ਉਹ ਮੋਹ 'ਚ ਹੀ ਜਾਵੇਗਾ। ਕਿਸੇ ਬੰਦੇ ਨਾਲ ਮੋਹ ਹੈ, ਪਾਠ ਕਰਦਿਆਂ ਕਦੇ ਬੰਦਾ ਯਾਦ ਆਵੇਗਾ। ਕਿਸੇ ਬੀਬੀ ਨਾਲ ਮੋਹ ਹੈ, ਪਾਠ ਕਰਦੇ ਬੀਬੀ ਯਾਦ ਆਵੇਗੀ, ਮੋਹ ਯਾਦ ਆਏਗਾ। ਸਿੱਖ ਦਾ ਮਾਇਆ ਨਾਲ ਮੋਹ ਨਹੀਂ ਹੁੰਦਾ, ਮਾਇਆ ਉਹਦੇ ਕੋਲ ਹੁੰਦੀ ਹੈ। ਮਾਇਆ ਨੂੰ ਸੁਚੱਜੇ ਤਰੀਕੇ ਨਾਲ ਵਰਤਦਾ ਹੈ,
ਪਰ ਮਾਇਆ ਦੇ ਮੋਹ 'ਚ ਆ ਕੇ ਮਾਇਆ ਨੂੰ ਗਲਤ ਤਰੀਕੇ ਨਾਲ ਨਹੀਂ ਕਮਾਉਂਦਾ। ਦਸਾਂ ਨੌਂ ਦੀ ਕਿਰਤ ਕਰਕੇ ਮਾਇਆ ਕਮਾਉਂਦਾ, ਉਸੇ ਨਾਲ ਹੀ ਆਪਣੇ ਪਰਿਵਾਰ ਨੂੰ ਪਾਲਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮੋਹ ਮਾਇਆ ਕੈ ਸੰਗ ਨਾ ਲੇਪ, ਲੇਪ ਹੁੰਦਾ ਅਸਰ। ਉਹ ਮਾਇਆ ਦੇ ਮੋਹ 'ਚ ਨਹੀਂ ਆਉਂਦਾ, ਮਾਇਆ ਦੇ ਮੋਹ ਦਾ ਉਸ 'ਤੇ ਅਸਰ ਨਹੀਂ ਹੁੰਦਾ। ਕਿਉਂ? ਮਨ ਮੈਂ ਰਾਖੈ ਹਰ ਹਰ ਏਕ, ਕਿਉਂਕਿ ਹਮੇਸ਼ਾ ਮਨ 'ਚ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ, ਕਰਦਾ ਰਹਿੰਦਾ। ਪਰਮਾਤਮਾ ਦਾ ਨਾਮ ਜਿਹੜਾ ਅੰਦਰੋਂ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਖਤਮ ਕਰਦਾ ਰਹਿੰਦਾ। ਨਾਮ 'ਚ ਇੰਨੀ ਤਾਕਤ ਹੈ ਕਿ ਅਗਰ ਬੰਦਾ ਨਾਮ ਜਪਦਾ ਰਹੇ ਤਾਂ ਇਸ ਨਾਮ ਨੇ ਇਹ ਬੁਰਾਈਆਂ ਤੋਂ ਫਿਰ ਰੱਖਿਆ ਕਰਨੀ ਹੁੰਦੀ ਹੈ। ਨਾਮ 'ਚ ਤਾਕਤ ਹੈ, ਇਹ ਬੁਰਾਈਆਂ ਤੋਂ ਰੱਖਿਆ ਕਰਦਾ ਹੈ। ਇੱਕ ਫੌਜੀ ਕਸ਼ਮੀਰ 'ਚ ਉੜੀ ਸੈਕਟਰ ਹੈ, ਜਿੱਥੋਂ ਪਾਕਿਸਤਾਨ ਅਤੇ ਚਾਈਨਾ ਸ਼ੁਰੂ ਹੋ ਜਾਂਦਾ। ਬਾਰਾਮੂਲਾ ਸ਼ਹਿਰ ਅਖੀਰਲਾ, ਉਦੋਂ ਅੱਗੇ ਬਾਰਡਰ ਸ਼ੁਰੂ ਹੋ ਜਾਂਦਾ। ਉਸ ਸੈਕਟਰ ਨੂੰ ਕਹਿੰਦੇ ਉੜੀ ਸੈਕਟਰ, ਫੌਜ ਵਾਲੇ ਕਹਿੰਦੇ। ਉਹ ਫੌਜੀ ਦਰਿਆ ਦੇ ਕੰਢੇ, ਜੇਹਲਮ ਦਰਿਆ ਵਗਦਾ ਹੈ, ਜੇਹਲਮ ਦਰਿਆ ਦੇ ਕੰਢੇ ਚੌੜੀ ਸਾਰੀ ਪੱਥਰ ਦੀ ਸਿਲ ਸੀ। ਉਸ 'ਤੇ ਬੈਠ ਕੇ ਸ਼ਾਮ ਨੂੰ ਭਜਨ ਬੰਦਗੀ ਕਰਦਾ, ਕਿਉਂ ਕੋਲ ਦੀ ਪਾਣੀ ਲੰਘਦਾ, ਠੰਡਾ ਸੀ ਬੜਾ ਵਾਤਾਵਰਨ, ਆਲੇ ਦੁਆਲੇ ਦਰਖਤ ਨੇ, ਠੰਡਾ ਵਾਤਾਵਰਨ ਹੈ। ਜਿਵੇਂ ਹਰਿਆਵਲ ਹੋਵੇ, ਮੌਸਮ ਠੰਡਾ ਹੋਵੇ, ਫਿਰ ਤੁਸੀਂ ਕੀ ਕਰਦੇ? ਸੈਰ ਕਰਨ ਨਿਕਲਦੇ ਹੋ ਕਿ ਨਹੀਂ? ਅਤੇ ਜਿਹੜਾ ਭਜਨ ਬੰਦਗੀ ਕਰਨ ਵਾਲਾ ਸੈਰ ਵੀ ਕਰੀ ਜਾਂਦਾ ਹੈ, ਨਾਲ ਭਜਨ ਬੰਦਗੀ ਵੀ ਕਰੀ ਜਾਂਦਾ ਹੈ। ਉਹ ਫੌਜੀ ਰੋਜ਼ ਸ਼ਾਮ ਨੂੰ ਉਸ ਸਿਲ 'ਤੇ ਬੈਠ ਕੇ ਸਿਮਰਨ ਕਰਦਾ ਹੈ। ਸਿਮਰਨ ਕਰਦੇ ਕਰਦੇ ਅਵਸਥਾ ਉੱਚੀ ਹੋ ਗਈ। ਗੁਰੂਆਂ ਨੇ ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੈ ਨਾ ਭਾਈ। ਕਾਰ ਮੈਨੇ ਲਾਈਨ, ਜਿਵੇਂ ਰਾਮ ਚੰਦਰ ਜੀ ਨੇ ਲਛਮਣ ਨੂੰ ਕਿਹਾ ਕਿ ਆ ਸੀਤਾ ਨੂੰ ਅਸੀਂ ਮਗਰ ਛੱਡ ਕੇ ਜਾਣਾ, ਕੁਟੀਆ ਦੇ ਦੁਆਲੇ ਤੂੰ ਲਾਈਨ ਖਿੱਚ ਦੇ। ਲਛਮਣ ਜੀ ਰਾਮ ਦਾ ਨਾਮ ਲੈ ਕੇ ਨਾ ਰਾਮ ਕਾਰ ਖਿੱਚਦੇ। ਅਤੇ ਸੀਤਾ ਨੂੰ ਕਿਹਾ ਕਿ ਲਛਮਣ ਸੀਤਾ ਨੂੰ ਭਾਬੀ ਨਹੀਂ ਸੀ ਕਹਿੰਦਾ, ਮਾਤਾ ਕਹਿੰਦਾ ਸੀ। ਲਛਮਣ ਨੇ ਕਦੇ ਵੀ ਸੀਤਾ ਦੇ ਮੂੰਹ ਵੱਲ ਨਹੀਂ ਸੀ ਤੱਕਿਆ, ਹਮੇਸ਼ਾ ਉਹਦੇ ਪੈਰਾਂ ਵੱਲ ਤੱਕਦਾ ਸੀ। ਉਹਦੇ ਮੂੰਹ ਵੱਲ ਤੱਕਿਆ ਹੀ ਨਹੀਂ ਹੈਗਾ, ਕਿਉਂ ਮੂੰਹ ਵੱਲ ਤੱਕਿਆ ਹੋ ਸਕਦਾ ਕੋਈ ਭਾਵਨਾ ਪੈਦਾ ਹੋ ਜਾਏ। ਉਹ ਮੂੰਹ ਵੱਲ ਵੇਖਦਾ ਹੀ ਨਹੀਂ ਸੀ, ਚਰਨਾਂ ਵੱਲ ਹੀ ਵੇਖਦਾ ਸੀ ਅਤੇ ਉਹਨਾਂ ਨੂੰ ਮਾਤਾ ਸਮਝਦਾ। ਕਹਿ ਲਓ ਮਾਤਾ ਜੀ, ਇਸ ਲਾਈਨ ਤੋਂ ਤੁਸੀਂ ਬਾਹਰ ਨਹੀਂ ਆਉਣਾ, ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕੇਗਾ। ਇਹ ਪੜ੍ਹਿਆ ਮੈਂ। ਉੱਧਰੋਂ ਬਾਈਬਲ ਪੜ੍ਹੀ ਮੈਂ। ਗੁਰੂ ਗ੍ਰੰਥ ਸਾਹਿਬ ਤਾਂ ਮੈਂ ਲੇਟ ਪੜ੍ਹੇ, ਪਹਿਲਾਂ ਮੈਂ ਬਾਈਬਲ ਪੜ੍ਹੀ, ਪਹਿਲਾਂ ਮੈਂ ਇੰਗਲਿਸ਼ 'ਚ ਗੀਤਾ ਪੜ੍ਹੀ। ਸਭ ਤੋਂ ਪਹਿਲਾਂ ਮੈਂ ਇੰਗਲਿਸ਼ 'ਚ ਬਾਈਬਲ ਪੜ੍ਹੀ, ਉਸ ਤੋਂ ਬਾਅਦ ਫਿਰ ਮੈਂ ਇੰਗਲਿਸ਼ 'ਚ ਗੀਤਾ ਪੜ੍ਹੀ, ਉਸ ਤੋਂ ਬਾਅਦ ਫਿਰ ਜਾ ਕੇ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹਨ ਲੱਗਾ। ਬਾਈਬਲ 'ਚ ਪੜ੍ਹਿਆ ਹੈ ਕਿ ਪਰਮਾਤਮਾ ਨੇ ਕਿਹਾ ਐਡਮ ਐਂਡ ਈਵ ਨੂੰ ਕਿ ਆ ਇਸ ਘਰ 'ਚ ਰਹੋ, ਆ ਜਿੰਨੇ ਦਰਖਤ ਨੇ ਫਲਦਾਰ ਨੇ ਬੂਟੇ ਖਾਓ, ਫਲ ਖਾਓ, ਜਿੰਨੇ ਫਲਦਾਰ ਦਰਖਤ ਨੇ ਫਲ ਖਾਓ, ਪਰ ਤੁਹਾਡੇ ਘਰ ਦੇ ਸਾਹਮਣੇ ਜਿਹੜਾ ਦਰਖਤ ਹੈ ਇਹਦਾ ਫਲ ਨਹੀਂ ਖਾਣਾ, ਨਹੀਂ ਖਾਣਾ। ਲਛਮਣ ਜੀ ਨੇ ਕਿਹਾ ਮਾਤਾ ਜੀ ਇਸ ਲਾਈਨ ਤੋਂ ਬਾਹਰ ਨਹੀਂ ਆਉਣਾ। ਧਿਆਨ ਦੇਣਾ। ਸੀਤਾ ਜੀ ਤੇ ਬਾਈਬਲ ਤੋਂ ਵੀ ਪਹਿਲਾਂ ਹੋਏ। ਈਸਾ ਮਸੀਹ ਤੋਂ, ਈਸਾ ਮਸੀਹ ਨੂੰ ਤਾਂ ਅਜੇ 2000 ਸਾਲ ਹੋਏ ਨੇ, ਅਤੇ ਸੀਤਾ ਮਾਤਾ ਦਾ ਤ੍ਰੇਤੇ ਯੁੱਗ 'ਚ ਹੋਇਆ, ਉਸ ਤੋਂ ਬਾਅਦ ਦੁਆਪਰ ਆਇਆ, ਉਸ ਤੋਂ ਬਾਅਦ ਕਲਯੁੱਗ ਆਇਆ। ਦੋਨਾਂ ਦਾ ਮੇਲ ਦੇਖੋ। ਮੈਂ ਮੇਲ ਕਰਦਾ ਜੇ ਪੜ੍ਹਦਾ ਸੀ। ਮੈਂ ਲਛਮਣ ਜੀ ਨੇ ਕਿਹਾ ਮਾਤਾ ਜੀ ਇਸ ਲਾਈਨ ਤੋਂ ਬਾਹਰ ਨਹੀਂ ਆਉਣਾ, ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕੇਗਾ। ਪਰ ਰਾਵਣ ਵੀ ਜਿਹੜਾ ਛਲੀਆ ਬਣ ਕੇ ਆਇਆ, ਉਹ ਵੀ ਸਾਧੂ ਦਾ ਰੂਪ ਧਾਰਨ ਕਰਕੇ ਆਇਆ। ਪੁਰਾਣੇ ਜ਼ਮਾਨੇ 'ਚ ਸਾਧੂ ਨੂੰ ਕਦੇ ਵੀ ਖਾਲੀ ਨਹੀਂ ਸਨ ਮੋੜਦੇ। ਜਿਹੜਾ ਵੀ ਘਰ 'ਚ ਆ ਜਾਂਦਾ ਸਾਧੂ, ਉਹਨੂੰ ਕੋਈ ਦੇ ਕੇ ਤੋਰਦੇ ਸਨ।
ਨਹੀਂ ਤੇ ਕਹਿੰਦੇ ਸਨ ਵੀ ਇਹ ਬਹੁਤ ਮਾੜਾ ਜੇ ਸਾਧੂ ਕਰੋ ਖਾਲੀ ਹੱਥ ਮੁੜ ਜੇ। ਉਹ ਵੀ ਸਾਧੂ ਬਣ ਕੇ ਆਇਆ। ਜਦੋਂ ਉਹ ਲਾਈਨ 'ਤੇ ਪੈਰ ਧਰਦਾ ਲਾਈਨ ਨੂੰ ਅੱਗ ਲੱਗ ਜਾਂਦੀ ਹੈ। ਉਹਨੇ ਕਿਹਾ ਵੀ ਇਹ ਤਾਂ ਅੰਦਰ ਜਾਣਾ ਤਾਂ ਔਖਾ ਹੈ, ਇਹ ਸੀਤਾ ਮਾਤਾ ਕਿਵੇਂ ਚੱਕ ਕੇ ਲਿਜਾਵਾਂ। ਹਰ 4 ਵੇਦਾਂ ਦਾ ਗਿਆਤਾ ਸੀ, ਗਿਆਨਵਾਨ ਤੇ ਸੀ, ਰਾਜਾ ਵੀ ਸੀ। ਉਹ ਸੀਤਾ ਜੀ ਕਹਿੰਦੇ ਵੀ ਅੰਦਰ ਆ ਕੇ ਪਿੱਛਾ ਲੈ ਲਓ। ਉਹ ਕਹਿੰਦਾ ਦੇਖੋ ਜੀ, ਸਾਧੂ ਕਿਸੇ ਦੇ ਵਿਹੜੇ 'ਚ ਨਹੀਂ ਆਉਂਦੇ, ਸਾਧੂ ਕਿਸੇ ਦੇ ਵਿਹੜੇ 'ਚ ਨਹੀਂ ਜਾਂਦੇ। ਉਹ ਤਾਂ ਦਰਵਾਜ਼ੇ ਅੱਗੇ ਖੜ੍ਹ ਕੇ ਪਿੱਛਾ ਮੰਗਦੇ ਨੇ। ਜੇ ਪਿੱਛਾ ਦੇਣੀ ਹੈ ਤਾਂ ਤੁਸੀਂ ਇੱਥੇ ਆ ਕੇ ਪਿੱਛਾ ਦਿਓ। ਹੁਣ ਧਰਮ ਸੰਕਟ ਖੜ੍ਹਾ ਹੋ ਗਿਆ ਬਈ ਜੇ ਸਾਧੂ ਬਿਨਾਂ ਪਿੱਛਾ ਦੇ ਜਾਂਦਾ ਹੈ ਤਾਂ ਵੀ ਠੀਕ ਨਹੀਂ ਹੈ। ਅਤੇ ਗੱਲ ਉਹਦੀ ਵੀ ਠੀਕ ਹੈ ਕਿ ਸਾਧੂ ਕਹਿੰਦਾ ਮੈਂ ਅੰਦਰ ਨਹੀਂ ਵੜਨਾ, ਬਾਹਰ ਆ ਕੇ ਪਿੱਛਾ ਦਿਓ। ਅਤੇ ਉਹਨੂੰ ਗੱਲ ਹੀ ਭੁੱਲ ਗਈ, ਗੱਲ ਭੁੱਲ ਗਈ ਕਿ ਇਸ ਲਾਈਨ ਤੋਂ ਬਾਹਰ ਨਹੀਂ ਜਾਣਾ। ਉਹ ਬਾਹਰ ਗਈ ਅਤੇ ਉਹ ਚੱਕ ਕੇ ਲੱਗਿਆ। ਅਤੇ ਫਿਰ ਕਿੰਨਾ ਕੁਛ ਉਹਦੋਂ ਬਾਅਦ ਮੁਸੀਬਤਾਂ ਸ਼ੁਰੂ ਹੋਈਆਂ, ਯੁੱਧ ਹੋਏ, ਕਿੰਨੀ ਬਰਬਾਦੀ ਹੋਈ। ਇਸ ਤਰ੍ਹਾਂ ਹੀ ਐਡਮ ਐਂਡ ਈਵ ਨੇ ਜਿਹੜਾ ਫਲ ਨਹੀਂ ਸੀ ਖਾਣਾ ਉਸ ਨੂੰ ਖਾ ਲਿਆ, ਉਹਨੂੰ ਖਾ ਲਿਆ, ਕਿਸੇ ਦੇ ਕਹਿਣ 'ਤੇ ਖਾ ਲਿਆ। ਉਹਨੂੰ ਲਿਖਿਆ ਸੈਟਨ। ਜਦੋਂ ਫਲ ਖਾ ਲਿਆ ਪਰਮਾਤਮਾ ਨੂੰ ਮਾਰਿਆ ਧੱਕਾ ਅਤੇ ਸਵਰਗ 'ਚੋਂ ਕੱਢਦਾ ਕਿ ਜੋ ਦਫਾ। ਕਿਉਂ? ਉਹਨੇ ਵੀ ਕਾਨੂੰਨ ਤੋੜਿਆ। ਉਹਨੂੰ ਕਿਹਾ ਸੀ ਤੂੰ ਲਾਈਨ ਤੋਂ ਬਾਹਰ ਨਹੀਂ ਆਉਣਾ, ਉਹ ਆਈ ਅਤੇ ਮੁਸੀਬਤ ਖੜ੍ਹੀ ਹੋ ਗਈ। ਉਹਨਾਂ ਨੂੰ ਕਿਹਾ ਸੀ ਤੁਸੀਂ ਸਾਹਮਣੇ ਦੇ ਦਰਖਤ ਦੇ ਫਲ ਨਹੀਂ ਖਾਣੇ, ਉਹਨਾਂ ਖਾਧੇ, ਉਹਨਾਂ ਨੂੰ ਮੁਸੀਬਤ ਖੜ੍ਹੀ ਹੋ ਗਈ, ਉਹਨਾਂ ਨੂੰ ਸਵਰਗ 'ਚ ਕੱਢ ਦਿੱਤਾ ਗਿਆ। ਪਰਮਾਤਮਾ ਵੀ ਸਾਨੂੰ ਕਹਿੰਦਾ ਆਹ ਨਹੀਂ ਕਰਨਾ, ਅਸੀਂ ਹਟਦੇ ਹੀ ਨਹੀਂ। ਅਤੇ ਫਿਰ ਨਤੀਜਾ ਦੁੱਖ ਹੀ ਦੁੱਖ, ਦੁੱਖ ਹੀ ਦੁੱਖ। ਨਿਗਾਹ ਮਾਰ ਕੇ ਦੇਖੋ ਸਮਾਜ 'ਚ ਦੁੱਖ ਹੀ ਦੁੱਖ, ਦੁੱਖ ਹੀ ਦੁੱਖ ਫੈਲ ਗਿਆ। ਬਹੁਤ ਘੱਟ ਲੋਕ ਰਹਿ ਗਏ ਨੇ ਜਿਹੜੇ ਸੁਖੀ ਨੇ, ਨਹੀਂ ਤਾਂ ਹਰ ਘਰ 'ਚ ਦੁੱਖ ਹੀ ਦੁੱਖ ਫੈਲ ਗਿਆ ਹੈ। ਕਿਉਂ? ਸਾਰੇ ਨਾਸਤਕ ਹੋਈ। ਦੇਖਣ ਨੂੰ ਆਸਤਕ ਨੇ, ਦੇਖਣ ਨੂੰ ਬਥੇਰੇ ਆਸਤਕ ਨੇ, ਪਾਠ ਕਰਦੇ ਨੇ, ਗੁਰਦੁਆਰੇ ਜਾਂਦੇ ਨੇ, ਪਰ ਗੁਰੂ ਦੀ ਗੱਲ ਨਹੀਂ ਮੰਨਦੇ। ਗੁਰੂ ਦੀ ਗੱਲ ਨਹੀਂ ਮੰਨਦੇ। ਗੁਰੂ ਤਾਂ ਆਪਣੀ ਗੱਲ ਬਣਵਾਉਂਦੇ। ਗੁਰੂ ਦੀ ਗੱਲ ਤਾਂ ਮੰਨਣੀ ਬੜੀ ਔਖੀ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਗੁਰੂ ਮਹਾਰਾਜ ਸਾਡੀ ਗੱਲ ਮੰਨਣ, ਸਾਨੂੰ ਨਾ ਕੁਛ ਮੰਨਣ ਨੂੰ ਕਹਿਣ, ਉਹ ਸਾਡੀ ਮੰਨਣ। ਹੈ ਨਾ ਸਿੱਖ ਉਲਟਾ ਕੰਮ ਹੋ ਗਿਆ। ਪਹਿਲਾਂ ਸਿੱਖ ਗੁਰੂ ਕੋਲ ਜਾਂਦਾ ਸੀ, ਮਹਾਰਾਜ ਜੀ ਕੀ ਆਗਿਆ ਹੈ, ਅਤੇ ਹੁਣ ਮੇਰਾ ਗੁਰੂ ਮਹਾਰਾਜ ਅੰਦਰ ਖਾਤੇ ਆ ਵੀ ਸਿੱਖਾ ਕੀ ਆਗਿਆ, ਕੀ ਆਗਿਆ। ਆਹੀ ਗੱਲ ਹੈ। ਸਾਰੀ ਗੜਬੜ ਜਿਹੜੀ ਹੈ ਇਸੇ ਕਾਰਨ ਹੀ ਹੋਈ ਹੈ ਕਿ ਮਨੁੱਖ ਕਾਨੂੰਨਾਂ ਨੂੰ ਨਹੀਂ ਮੰਨਦਾ। ਇਹ ਰੱਬੀ ਕਾਨੂੰਨਾਂ ਨੂੰ ਨਹੀਂ ਮੰਨਦਾ, ਇਹ ਸਰਕਾਰ ਦੇ ਕਾਨੂੰਨਾਂ ਨੂੰ ਵੀ ਨਹੀਂ ਮੰਨਦਾ। ਅਤੇ ਆਲੇ ਦੁਆਲੇ ਤੁਸੀਂ ਦੇਖ ਲਓ ਕਤਲ ਹੋ ਰਿਹਾ, ਕੀ ਕੁਛ ਹੋ ਰਿਹਾ ਹੈ, ਬੁਰਾ ਹਾਲ ਹੋ ਗਿਆ। ਤਾਂ ਗੁਰੂ ਮਹਾਰਾਜ ਕਹਿੰਦੇ ਮਨ ਮੈਂ ਰੱਖੈ ਹਰ ਹਰ ਏਕ। ਉਹ ਕਹਿੰਦਾ ਮਨ ਦੇ ਵਿੱਚ ਹਮੇਸ਼ਾ ਇੱਕ ਪਰਮਾਤਮਾ ਨੂੰ ਯਾਦ ਰੱਖਦਾ ਹੈ, ਇਸ ਲਈ ਮਾਇਆ ਦਾ ਜਿਹੜਾ ਮੋਹ ਹੈ ਨਾ ਉਹਦਾ ਉਸ 'ਤੇ ਅਸਰ ਨਹੀਂ ਹੁੰਦਾ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਸੇ। ਪੂਰਾ ਸ਼ਬਦ ਹੈ ਹਿੰਦੀ ਦਾ ਤਹਾਂ, ਤੱਤਾ ਹਾਹੇ ਨੂੰ ਕਰਨਾ ਬਿੰਦੀ ਤਹਾਂ। ਉਸ ਦਾ ਸੰਖੇਪ ਰੂਪ ਹੈ ਤਹਿ, ਤੱਤੇ ਨੂੰ ਦਿਲਾਵਾਂ ਨਾਲ ਬਿੰਦੀ ਹਾਹਾ ਤਹਿ ਬੋਲ। ਤਹਾਂ ਦਾ ਸੰਖੇਪ ਰੂਪ ਹੈ ਤਹਿ। ਤਹਾਂ ਮੈਨੇ ਉੱਥੋਂ, ਜਹਾਂ ਮੈਨੇ ਜਿੱਥੋਂ, ਵਹਾਂ ਮੈਨੇ ਉੱਥੋਂ, ਤਹਾਂ ਉੱਥੋਂ, ਤਹਿ ਉੱਥੋਂ। ਜਿਵੇਂ ਅੰਧਕਾਰ ਹੈ, ਕੁੱਪ ਹਨੇਰਾ ਹੈ, ਦੀਪਕ ਪ੍ਰਕਾਸ਼ ਹੈ, ਦੀਵਾ ਜਲਾ ਦਾ ਪ੍ਰਕਾਸ਼ ਹੋ ਜਾਂਦਾ ਨਾ ਹਨੇਰੇ 'ਚ ਵੀ, ਪਰ ਹਨੇਰਾ ਖਤਮ ਹੋ ਗਿਆ।
ਦੀਵਾ ਜਗਾਇਆ, ਪ੍ਰਕਾਸ਼ ਹੋ ਗਿਆ, ਹਨੇਰਾ ਆਪਣੇ ਆਪ ਖਤਮ ਹੋ ਗਿਆ ਹੈ। ਇਹ ਹੈ ਮਨੋਵਿਗਿਆਨਕ ਢੰਗ। ਗੁਰਬਾਣੀ 'ਚ ਸਾਰੇ ਭਾਵੇਂ ਮਨੋਵਿਗਿਆਨ ਤਾਂ ਸਿਰਫ 250 ਸਾਲ ਹੋਏ ਨੇ, ਮਨੋਵਿਗਿਆਨ ਦੀ ਖੋਜ ਹੋਇਆ, ਪਰ ਸਾਡੇ ਰਿਸ਼ੀਆਂ ਮੁਨੀਆਂ ਦਾ ਸੈਂਕੜੇ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਖੋਜ ਕੀਤੀ ਕਿ ਤੁਸੀਂ ਚਾਨਣ ਕਰ ਦਿਓ, ਹਨੇਰਾ ਆਪੇ ਖਤਮ ਹੋ ਜਾਏਗਾ। ਤੇ ਧਰਮ ਕਹਿੰਦਾ ਤੁਸੀਂ ਸਤ ਸੰਗਤ ਕਰੋ, ਕੁਸੰਗਤ ਆਪੇ ਖਤਮ ਹੋ ਜਾਏਗੀ। ਕਿਸੇ ਨੂੰ ਕੁਸੰਗਤ ਛੱਡਣ ਲਈ ਨਹੀਂ ਕਹਿਣਾ, ਤੁਸੀਂ ਇੰਨੇ ਹੀ ਕਹਿਣਾ ਕਿ ਭਾਈ ਸਤਸੰਗ ਕਰਿਆ ਕਰ, ਆ ਸਾਡੇ ਨਾਲ ਚੱਲ। ਉਹ ਕਹਿੰਦਾ ਮੈਂ ਤਾਂ ਪੀਣਾ, ਉਹ ਕਹਿੰਦਾ ਤੂੰ ਪੀਵੀ ਜਾ, ਮੈਂ ਨਹੀਂ ਤੈਨੂੰ ਕਹਿੰਦਾ ਨਾ ਪੀਵੀ ਜਾ, ਪਰ ਤੂੰ ਸਤਸੰਗ 'ਚ ਆ। ਗੁਰੂ ਮਹਾਰਾਜ ਫਿਰ ਕਿਰਪਾ ਕਰਦੇ ਨੇ। ਜਦੋਂ ਆਪਾਂ ਗੁਰੂ ਦੇ ਦਰ 'ਤੇ ਆਈ ਜਾਂਦੇ ਹਾਂ, ਸਾਡੀ ਗੁਰੂ ਮਹਾਰਾਜ ਜਾਣਕਾਰੀ ਹੋ ਜਾਂਦੀ ਹੈ। ਉਹ ਅੰਦਰ ਖਾਤੇ ਸਾਡਾ ਹਾਲ ਚਾਲ ਪੁੱਛਦੇ, ਹਾਂ ਬਈ ਹਾਂ ਗੁਰਮੁਖਾ ਸਿੱਖਾ ਕੀ ਹਾਲ ਚਾਲ ਹੈ, ਆਪਾਂ ਨੂੰ ਸੁਣ ਨਹੀਂ ਰਿਹਾ। ਮੇਰਾ ਵੱਡਾ ਭਰਾ ਭਾਵੇਂ ਅਨਪੜ੍ਹ ਸੀ, ਇੱਕ ਵਾਰੀ ਨੇ ਬੜੀ ਵਧੀਆ ਗੱਲ ਕਹੀ, ਕਹਿੰਦੇ ਗੁਰਦੁਆਰੇ ਜਾਈ ਜਾਓ, ਭਾਵੇਂ ਗੁਰੂ ਤੋਂ ਕੁਛ ਨਾ ਮੰਗੋ, ਜਾਓ ਮੱਥਾ ਟੇਕ ਕੇ 5-10 ਮਿੰਟ ਬੈਠੋ, ਆ ਜਾਓ। ਕਹਿੰਦੇ ਜਿਵੇਂ ਤੁਸੀਂ ਲੀਡਰ ਹੈ, ਕੋਈ MLA ਹੈ, ਮਿਨਿਸਟਰ ਹੈ, ਰੋਜ਼ ਉਹਨੂੰ ਤੁਸੀਂ ਮਿਲਣ ਜਾਂਦੇ ਹੋ, ਤੁਸੀਂ ਉਸ ਨੂੰ ਮੱਥਾ ਟੇਕਦੇ ਹੋ, ਸਤਿ ਸ੍ਰੀ ਅਕਾਲ ਬਣੇ, ਗੋਡੀਆਂ ਹੱਥ ਲਾਉਂਦੇ ਹੋ, ਬੈਠ ਜਾਓ, 15-20 ਮਿੰਟ ਬੈਠੋ, ਚੁੱਪ ਕਰਕੇ ਉੱਠ ਕੇ ਆ ਜਾਓ। ਮਹੀਨਾ 2 ਮਹੀਨੇ ਜਾਈ ਜਾਓ, ਉਹ ਕਿਸੇ ਨਾ ਕਿਸੇ ਦਿਨ ਪੁੱਛੇਗਾ ਭਾਈ ਤੂੰ ਰੋਜ਼ ਆਉਣਾ, ਤੂੰ ਕਿਸ ਕੰਮ ਆਉਣਾ? ਜਿੱਦੇ ਪੁੱਛੇਗਾ ਉਹਦੇ ਉਹਨੂੰ ਦੱਸ ਲਓ। ਕਹਿੰਦੇ ਲਈ ਗੁਰੂ ਦੇ ਜਾਈ ਜਾਓ, ਜਿੱਦੇ ਗੁਰੂ ਮਹਾਰਾਜ ਪੁੱਛਣਗੇ ਹਾਂ ਵੀ ਗੁਰਮੁਖਾ ਕਿਵੇਂ ਆਏ ਆ, ਉਹਦੇ ਦੱਸ ਲਿਓ ਵੀ ਆਹ ਕੰਮ ਆਏ ਜੀ। ਕਿਉਂ? ਆਪਾਂ ਜੋ ਜਾਈ ਜਾਵਾਂਗੇ ਪਿਆਰ ਹੋ ਜਾਂਦਾ, ਜਾਣਕਾਰੀ ਹੋ ਜਾਂਦੀ ਹੈ ਨਾ। ਆ ਜਿਹੜੀ ਬੀਬੀਆਂ ਸੇਵਾ ਕਰਦੀਆਂ ਸਵੇਰੇ 5 ਵਜੇ ਆ ਕੇ, ਉਹਨਾਂ ਨਾਲ ਸਾਡੀ ਜ਼ਿਆਦਾ ਜਾਣਕਾਰੀ ਹੈ ਬਜਾਏ ਕਿ ਜਿਹੜੇ ਮੱਥਾ ਟੇਕ ਕੇ ਮੁੜ ਜਾਂਦੇ ਨੇ। ਬਥੇਰੀ ਸੰਗਤ ਜਿਹੜੀ ਗੁਰਦੁਆਰੇ ਮੱਥਾ ਟੇਕ ਕੇ ਮੁੜ ਜਾਂਦੀ ਹੈ, ਬੜੀ ਸੰਗਤ ਜਿਹੜੀ ਇੱਕ ਬਹੁਤ ਘੱਟ ਲੋਕ ਨੇ ਜਿਹੜੇ ਫਿਰ ਸੇਵਾ ਕਰਦੇ। ਸੇਵਾਦਾਰਾਂ ਨਾਲ ਹੌਲੀ ਹੌਲੀ ਪ੍ਰਬੰਧਕਾਂ ਦੀ ਜਾਣਕਾਰੀ ਹੋ ਜਾਂਦੀ ਹੈ। ਇਸ ਤਰ੍ਹਾਂ ਜਦੋਂ ਆਪਾਂ ਗੁਰੂ ਦੇ ਜਾਈ ਜਾਂਦੇ ਸਾਡੇ ਉਹਦੇ ਗੁਰੂ ਨਾਲ ਜਾਣਕਾਰੀ ਹੋ ਜਾਂਦੀ ਹੈ। ਅਤੇ ਜਦੋਂ ਜਾਣਕਾਰੀ ਹੁੰਦੀ ਹੈ ਨਾ, ਫਿਰ ਗੱਲ ਕਰਨੀ ਆਸਾਨ ਹੁੰਦੀ ਹੈ, ਇਸ ਲਈ ਕਹਿੰਦੇ ਅੰਧਕਾਰ ਦੀਪਕ ਪ੍ਰਗਾਸੇ। ਜਦੋਂ ਘੁੱਪ ਹਨੇਰੇ, ਜਦੋਂ ਦੀਵਾ ਜਗਦੇ ਨਾ, ਪ੍ਰਕਾਸ਼ ਹੋ ਜਾਂਦਾ, ਹਨੇਰਾ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਰੱਬੀ ਗਿਆਨ ਹੁੰਦਾ ਨਾ ਅੰਦਰ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਸੇ, ਉੱਥੋਂ ਫਿਰ ਭਰਮ ਮੋਹ ਦੁੱਖ ਉੱਥੋਂ ਨਸ ਜਾਂਦੇ ਨੇ, ਭਾਵ ਖਤਮ ਹੋ ਜਾਂਦੇ। ਜਦੋਂ ਅੰਦਰ ਬ੍ਰਹਮ ਗਿਆਨ ਹੋ ਜਾਂਦਾ ਹੈ, ਅੰਦਰ ਨਾਮ ਦਾ ਚਾਨਣ ਹੋ ਜਾਂਦਾ ਹੈ, ਦੀਵੇ ਦਾ ਚਾਨਣ ਬਾਹਰ ਚਾਨਣ ਕਰਦਾ, ਇਹ ਸਰੀਰ ਦੇ ਅੰਦਰ ਨਹੀਂ ਚਾਨਣ ਕਰਦਾ। ਨਾਮ ਜਿਹੜਾ ਹੈ, ਨਾਮ ਰੂਪੀ ਦੀਵਾ, ਇਹ ਅੰਦਰ ਚਾਨਣ ਕਰਦਾ ਹੈ। ਅਤੇ ਆਨੰਦ ਕੀ ਹੈ? ਜਦੋਂ ਅੰਦਰ ਵੀ ਚਾਨਣ ਹੋਵੇ ਅਤੇ ਬਾਹਰ ਵੀ ਚਾਨਣ ਹੋਵੇ। ਕਈ ਵਾਰੀ ਵਿਹੜੇ 'ਚ ਚਾਨਣ ਹੈ, ਕਮਰੇ 'ਚ ਹਨੇਰਾ। ਤੁਸੀਂ ਛੋਟੇ ਬੱਚੇ ਨੂੰ ਕਾਕਾ ਕਮਰੇ 'ਚ ਚੀਜ਼ ਚੱਕ ਕੇ ਲਿਓ, ਉਹ ਡਰਦਾ। ਦਿਨੇ ਸਾਰਾ ਦਿਨ ਫਿਰੀ ਜਾਓ ਕਮਰੇ 'ਚ, ਪਰ ਰਾਤ ਨੂੰ ਡਰਦਾ। ਹਾਲਾਂਕਿ ਕਮਰੇ 'ਚ ਕੁਛ ਨਹੀਂ, ਸਿਰਫ ਹਨੇਰਾ ਹੀ ਹੈ, ਅਤੇ ਹਨੇਰੇ ਨੇ ਤਾਂ ਉਹਨੂੰ ਫੜ ਨਹੀਂ ਲੈਣਾ। ਹਨੇਰੇ ਨੇ ਬੱਚੇ ਨੂੰ ਫੜ ਨਹੀਂ ਲੈਣਾ, ਪਰ ਉਹ ਹਨੇਰੇ ਤੋਂ ਡਰਦਾ ਹੈ, ਜਾਂਦਾ ਨਹੀਂ ਹਨੇਰੇ 'ਚ। ਤੁਸੀਂ ਉਹਨੂੰ ਕਹਿੰਦੇ ਲਾ ਆਹ ਟਾਰਚ ਲੈ ਜਾ, ਇਹਦਾ ਚਾਨਣ ਕਰ ਲੈ, ਫਿਰ ਉਹ ਚਲੇ ਜਾਂਦਾ ਵੀ ਚਾਨਣ ਹੋ ਗਿਆ। ਇਸ ਤਰ੍ਹਾਂ ਜਦੋਂ ਚਾਨਣ ਅੰਦਰ ਹੁੰਦਾ, ਉੱਥੇ ਭਰਮ, ਉੱਥੇ ਮੋਹ, ਉੱਥੇ ਦੁੱਖ ਸਭ ਖਤਮ ਹੋ ਜਾਂਦਾ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸ਼ੇ, ਸਾਧੂ ਕੇ ਪੂਰਨ ਉਪਦੇਸ਼ੇ। ਕਹਿੰਦੇ ਜਦੋਂ ਸਾਧੂ ਉਪਦੇਸ਼ ਕਰਦਾ ਨਾ, ਅਤੇ ਬੰਦਾ ਉਸ ਉਪਦੇਸ਼ ਨੂੰ ਮੰਨ ਲੈਂਦਾ ਹੈ, ਫਿਰ ਕੀ ਹੁੰਦਾ?
ਤਪਤ ਮਾਹੇ ਠਾਂਡ ਵਰਤਾਏ। ਗੁਰੂ ਦਾ ਉਪਦੇਸ਼, ਆ ਗੁਰੂ ਦੀ ਬਾਣੀ ਤਪਦੇ ਹਿਰਦੇ ਨੂੰ ਠੰਡਿਆ ਕਰ ਦਿੰਦੀ। ਮਨ ਬੜਾ ਦੁਖੀ ਹੈ, ਤੁਸੀਂ ਪਾਠ ਕਰਨ ਲੱਗ ਪਏ, ਹੌਲੀ ਮਨ ਸ਼ਾਂਤ ਹੋ ਜਾਏਗਾ। ਮਨ ਹੌਲੀ ਹੌਲੀ ਸ਼ਾਂਤ ਹੋਣਾ ਸ਼ੁਰੂ ਹੋ ਜਾਏਗਾ। ਜਦੋਂ ਇਹ ਮਨ ਸ਼ਾਂਤ ਹੋਵੇ, ਸੋਚੀ ਜਾਣ ਦਾ ਨਹੀਂ ਫਾਇਦਾ ਕੋਈ, ਸੋਚਣ ਨਾਲ ਮਨ ਸ਼ਾਂਤ ਨਹੀਂ ਹੋਣਾ। ਮਨ ਨੂੰ ਉਸ ਅਸ਼ਾਂਤੀ ਵਾਲੇ ਪਾਸਿਓਂ ਹਟਾ ਕੇ ਦੂਜੇ ਪਾਸੇ ਲਾਉਣਾ ਪੈਂਦਾ। ਜਦੋਂ ਅਸੀਂ ਦੂਜੇ ਪਾਸੇ ਲਾ ਦੇਵਾਂਗੇ, ਉਹਨੂੰ ਪਹਿਲੀ ਗੱਲ ਭੁੱਲ ਜਾਏਗੀ। ਇਹ ਜ਼ਰੂਰੀ ਹੁੰਦਾ। ਆਪਾਂ ਬਿਮਾਰ ਕੋਲੇ, ਦੁਖੀ ਕੋਲੇ ਕਿਉਂ ਜਾਂਦੇ ਹਾਂ? ਵੀ ਆਪਾਂ ਹੋਰ ਗੱਲਾਂ ਕਰਾਂਗੇ, ਉਹਨੂੰ ਹੌਸਲਾ ਦਿਆਂਗੇ, ਉਹਦਾ ਧਿਆਨ ਬਿਮਾਰੀ ਦੁੱਖ ਵੱਲੋਂ ਕੁਝ ਸਮੇਂ ਲਈ ਹਟੇਗਾ, ਉਹ ਸੁੱਖ ਮਹਿਸੂਸ ਕਰੇਗਾ। ਜਿਉਂ ਹੀ ਆਪਾਂ ਆ ਜਾਂਦੇ, ਉਹਦਾ ਫਿਰ ਧਿਆਨ ਬਿਮਾਰੀ ਵੱਲ ਹੋ ਜਾਂਦਾ। ਇਸ ਲਈ ਪਰ ਜਿਹੜਾ ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਜਿਹੜੀ ਬਾਣੀ ਹੈ, ਇਹ ਤਪਦੇ ਹਿਰਦੇ ਠੰਡ ਪਾਉਂਦੀ ਹੈ। ਲਿਖਿਆ ਤੇ ਠਾੜ ਹੈ ਨਾ, ਖਿਆਲ ਰੱਖਣਾ। ਤਪਤ ਮਾਹੇ ਠਾੜ ਵਰਤਾਈ ਨਹੀਂ ਪੜ੍ਹਨਾ। ਇੱਕ ਠਾੜ ਸ਼ਬਦ ਹੁੰਦਾ, ਇੱਕ ਠਾਂਡ ਹੁੰਦਾ। ਠਾੜ ਹੁੰਦਾ ਖੜਾ। ਸੁਖਮਨੀ ਸਾਹਿਬ ਸਿਰ ਉੱਪਰ ਠਾਡਾ ਗੁਰਸੂਰਾ, ਜਿਹਦੇ ਸਿਰ ਦੇ ਉੱਪਰ ਤਾਕਤਵਰ ਗੁਰੂ ਖੜਾ ਹੈ। ਠਾਡਾ ਮੈਨੇ ਖੜਾ। ਨਾ ਪਤਾ ਹੋਣ ਕਰਕੇ ਕਈ ਵਾਰੀ ਬੀਬੀਆਂ ਜਦੋਂ ਪਾਠ ਕਰ ਰਹੀਆਂ ਹੁੰਦੀਆਂ ਚਲੀਹੇ ਵੇਲੇ, ਉਹ ਕਹਿੰਦੇ ਸਿਰ ਉੱਪਰ ਠਾਡਾ ਗੁਰਸੂਰਾ। ਗੁਰੂ ਤਾਂ ਤੱਤਾ ਹੁੰਦਾ ਹੀ ਨਹੀਂ, ਉਹ ਤਾਂ ਹਮੇਸ਼ਾ ਠੰਡਾ ਹੀ ਰਹਿੰਦਾ। ਜੇ ਗੁਰੂ ਤੱਤਾ ਹੋ ਜੇ ਤਾਂ ਫਿਰ ਉਹਦੇ 'ਤੇ ਸਾਡੇ 'ਚ ਕੀ ਫਰਕ ਪਿਆ? ਅਸੀਂ ਠੰਡੇ ਤੱਤੇ ਹੁੰਦੇ ਹਾਂ। ਗੁਰੂ ਮਹਾਰਾਜ ਦੇ ਬ੍ਰਹਮ ਗਿਆਨੀ ਹੁੰਦੇ ਨੇ, ਅਤੇ ਬ੍ਰਹਮ ਗਿਆਨੀ ਇਕਸਾਰ ਰਹਿੰਦਾ ਹੁੰਦਾ। ਦੁੱਖ ਹੋ, ਸੁੱਖ ਹੋ, ਗਰੀਬੀ ਹੋ, ਅਮੀਰੀ ਹੋ, ਕੋਈ ਨਿੰਦਿਆ ਕਰੋ, ਕੋਈ ਉਸਤਤ ਕਰੋ, ਉਹ ਇਕਸਾਰ ਰਹਿੰਦੇ ਨੇ। ਅਸੀਂ ਠੰਡੇ ਤੱਤੇ ਹੁੰਦੇ ਹਾਂ। ਗੁਰੂ ਠੰਡਾ ਤੱਤਾ ਨਹੀਂ ਹੁੰਦਾ, ਗੁਰੂ ਠੰਡਾ ਹੀ ਹੁੰਦਾ। ਇਸ ਲਈ ਉੱਥੇ ਕਹਿਣਾ ਸਿਰ ਉੱਪਰ ਠਾਡਾ ਗੁਰਸੂਰਾ। ਜਿਹੜੇ ਜਪਜੀ ਸਾਹਿਬ, ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਨਾ, ਆ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਹਾੜਾ ਜਾਂ ਰੋਜ਼ ਤੁਸੀਂ ਪਾਠ ਕਰਦੇ ਹੋ, ਤਾਂ ਉੱਥੇ ਫਿਰ ਉਹਨੂੰ ਠਾਡਾ ਪੜ੍ਹਨਾ, ਠਾਂਡਾ ਨਹੀਂ ਪੜ੍ਹਨਾ। ਇਹ ਠਾਂਡ ਹੈ, ਕਿਉਂਕਿ ਤਪਤ ਦਾ ਵਿਰੋਧੀ ਸ਼ਬਦ ਹੈ ਠਾਂਡ। ਤਪਤ ਮਾਹੇ ਠਾਂਡ ਵਰਤਾਈ। ਗੁਰੂ ਦੇ ਉਪਦੇਸ਼ ਨੇ ਇਸ ਸੜਦੇ ਬਲਦੇ ਹਿਰਦੇ ਨੂੰ ਠੰਡਿਆਂ ਠਾਰ ਕਰਤਾ। ਬਾਣੀ ਪੜ੍ਹੀ, ਮਨ ਸ਼ਾਂਤ ਹੋਣਾ ਸ਼ੁਰੂ ਹੋ ਗਿਆ, ਆਨੰਦ ਪਿਆ। ਫਿਰ ਆਨੰਦ ਦੀ ਪ੍ਰਾਪਤੀ ਹੋ ਗਈ। ਦੁੱਖ ਨਾਠੇ ਪਾਈ, ਨਾਠੇ ਤੇ ਦੌੜ ਗਏ ਅਤੇ ਦੁੱਖ ਖਤਮ ਹੋ ਗਏ। ਆਨੰਦ ਦੀ ਪ੍ਰਾਪਤੀ ਹੋ ਗਈ, ਦੁੱਖ ਭੱਜ ਗਏ, ਖਤਮ ਹੋ ਗਏ। ਜਨਮ ਮਰਨ ਕੇ ਮਿਟੇ ਅੰਦੇਸ਼ੇ, ਸਾਧੂ ਕੇ ਪੂਰਨ ਉਪਦੇਸ਼ੇ। ਪੂਰਨ ਸਾਧੂ ਦੇ ਉਪਦੇਸ਼ ਰਾਹੀਂ ਜੰਮਣ ਮਰਨ ਦੇ ਜਿਹੜੇ ਅੰਦੇਸ਼ੇ, ਫਿਕਰ ਸਨ, ਉਹ ਖਤਮ ਹੋ ਗਏ। ਕਿਉਂਕਿ ਜਿੱਥੇ ਜਨਮ ਹੈ ਉੱਥੇ ਮਰਨ ਜ਼ਰੂਰ ਹੋਏਗਾ, ਅਤੇ ਜਨਮ ਤੋਂ ਲੈ ਕੇ ਮਰਨ ਤੱਕ ਚਿੰਤਾ ਵੀ ਰਹਿੰਦੀ ਹੈ। ਇਸ ਲਈ ਜੰਮਣ ਮਰਨ ਦੀ ਜਿਹੜੀ ਚਿੰਤਾ ਹੈ, ਫਿਕਰ ਹੈ, ਉਹ ਖਤਮ ਹੋ ਜਾਂਦੇ ਨੇ। ਉਪਦੇਸ਼ ਦਿੱਤੇ ਸਾਧੂ ਨੇ ਕਿ ਭਾਈ ਜਿੱਥੇ ਮਰਨ ਉੱਥੇ, ਜਿੱਥੇ ਜਨਮ ਉੱਥੇ ਮਰਨ ਤਾਂ ਹੋਏਗਾ ਹੀ ਹੋਏਗਾ। ਸਦਾ ਕਿਸੇ ਨੇ ਨਹੀਂ ਬੈਠੇ ਰਹਿਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਦੋਂ ਦ੍ਰਿੜ ਹੋ ਜਾਏਗਾ, ਫਿਰ ਚਿੰਤਾ ਨਹੀਂ ਰਹੇਗੀ ਮੈਂ ਕਿਤੇ ਮਰ ਨਾ ਜਾਵਾਂ। ਮਰਨਾ ਤਾਂ ਆਈ ਹੈ। ਮਰਨਾ ਤਾਂ ਉਦੋਂ ਹੈ ਜਦੋਂ ਮੌਤ ਲਿਖੀ ਹੋਈ ਹੈ। ਜੇ ਤਾਂ ਧਰਮ 'ਤੇ ਵਿਸ਼ਵਾਸ ਹੈ, ਫਿਰ ਤਾਂ ਜਿਹੜੀ ਤਰੀਕ ਨੂੰ ਮੌਤ ਲਿਖੀ ਉਸੇ ਤਰੀਕ ਨੂੰ ਮਰਨਾ ਹੈ। ਉਦੋਂ ਪਹਿਲਾਂ ਨਾ ਅਸੀਂ ਮਰ ਸਕਦੇ ਹਾਂ। ਇੱਕ ਕਹਿੰਦਾ ਲੈ ਮੈਂ ਡੁੱਬ ਕੇ ਮਰ ਜਾਵਾਂਗਾ, ਮੈਂ ਸਵਾਲ ਹੀ ਪੈਦਾ ਨਹੀਂ। ਜੇ ਤੇਰੀ ਮੌਤ ਨਹੀਂ ਆਏਗੀ ਨਾ, ਜਦ ਤੂੰ ਨਹਿਰ 'ਚ ਛਾਲ ਮਾਰੇਗਾ ਨਾ, ਕੋਈ ਨਾ ਕੋਈ ਕੰਢੇ 'ਤੇ ਖੜਾ ਹੋ ਗਿਆ, ਉਹਨੇ ਦੇਖਿਆ ਉਹ ਲੈ ਉਹਨੇ ਵੀ ਨਾਲ ਹੀ ਛਾਲ ਮਾਰ ਦੇਣੀ, ਤੈਨੂੰ ਬਾਹਰ ਕਰ ਲੈਣਾ। ਫਿਰ ਮਰ ਗਿਆ ਤੂੰ? ਨਹੀਂ ਮਰ। ਹਾਂ, ਜੇ ਤੇਰੀ ਮੌਤ ਆਈ ਹੈ ਅਤੇ ਤੂੰ ਉਂਝੀ ਕੰਢੇ ਤੋਂ ਤਿਲਕ ਉਹਦੇ ਵਿੱਚ ਡਿੱਗ ਪੈਣਾ, ਅਤੇ ਮੇਰੇ ਵਾਂਗੂ ਤੈਨੂੰ ਤਰਨਾ ਆਉਣਾ ਨਹੀਂ, ਮਰ ਜਾਏਗਾ। ਹੋਰ ਕੋਈ ਨੇੜੇ ਖੜਾ ਕੋਈ ਨਹੀਂ ਸੀ। ਇਸ ਲਈ ਧਰਮ ਇਹ ਕਹਿੰਦਾ ਜਿੱਦੇ ਮਰਨਾ ਉਦੋਂ ਹੀ ਮਰਨਾ, ਉਦੋਂ ਪਹਿਲਾਂ ਸਾਨੂੰ ਕੋਈ ਨਹੀਂ ਮਾਰ ਸਕਦਾ। ਇਸ ਲਈ ਉਹਦਾ ਫਿਕਰ ਖਤਮ ਹੋ ਜਾਂਦਾ, ਉਹਦੇ ਅੰਦੇਸ਼ੇ ਖਤਮ ਹੋ ਜਾਂਦੇ। ਕਿਉਂ? ਉਹਨੂੰ ਗੁਰੂ ਦੇ ਉਪਦੇਸ਼ 'ਤੇ ਵਿਸ਼ਵਾਸ ਹੈ।
ਜਿਹਨੂੰ ਗੁਰੂ 'ਤੇ ਵਿਸ਼ਵਾਸ ਹੈ ਉਹਨੂੰ ਗੁਰੂ ਦੀ ਗੱਲ 'ਤੇ ਵੀ ਵਿਸ਼ਵਾਸ ਹੈ। ਮੰਨ ਲਓ ਜਿਸ ਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਉਹਨੂੰ ਮੇਰੀ ਗੱਲ 'ਤੇ ਵਿਸ਼ਵਾਸ ਵੀ ਨਹੀਂ ਹੋਏਗਾ। ਜੋ ਮੈਨੂੰ ਪਸੰਦ ਨਹੀਂ ਕਰਦਾ, ਹਾਲਾਂ ਮੈਂ ਕਥਾ ਅਤੇ ਗੁਰਬਾਣੀ ਦੀ ਕਰ ਰਿਹਾ, ਪਰ ਜਿਹੜਾ ਮੈਨੂੰ ਪਸੰਦ ਨਹੀਂ ਕਰਦਾ ਉਹ ਮੇਰੀ ਕਥਾ ਨੂੰ ਵੀ ਪਸੰਦ ਨਹੀਂ ਕਰੇਗਾ। ਉਹ ਮੈਂ ਜਾਣਦਾ ਲੱਗਾ ਕਥਾ ਕਰਨ ਵੱਡਾ ਬਾਬਾ, ਐਂ ਕਹੀ ਜੋ ਮਨ 'ਚ, ਭਾਵੇਂ ਸੁਣੀ ਵੀ ਜਾਏ ਮਨ 'ਚ ਐਂ ਕਹੀ ਜੋ, ਕਿਉਂ ਉਹਨੂੰ ਮੈਂ ਹੀ ਨਹੀਂ ਚੰਗਾ ਲੱਗਦਾ। ਸਾਨੂੰ ਟ੍ਰੇਨਿੰਗ ਜਦੋਂ B.Ed ਕਰਦੇ ਸੀ ਇਹੀ ਸਮਝਾਇਆ ਜਾਂਦਾ ਸੀ ਕਿ ਤੁਸੀਂ ਕੋਸ਼ਿਸ਼ ਕਰਨੀ ਹੈ ਤੁਹਾਡੇ ਵਿਦਿਆਰਥੀ ਤੁਹਾਨੂੰ ਨਫ਼ਰਤ ਨਾ ਕਰਨ। ਜਿਹੜਾ ਵਿਦਿਆਰਥੀ ਤੁਹਾਨੂੰ ਨਫ਼ਰਤ ਕਰੇਗਾ, ਜਿਹੜਾ ਤੁਸੀਂ ਸਬਜੈਕਟ ਪੜ੍ਹਾ ਰਹੇ ਹੋ ਉਸ ਸਬਜੈਕਟ ਨਾਲੇ ਵਿਦਿਆਰਥੀ ਨੂੰ ਨਫ਼ਰਤ ਹੋ ਜਾਏਗੀ। ਤੁਹਾਡੇ ਨਾਲ ਵਿਦਿਆਰਥੀ ਨੂੰ ਨਫ਼ਰਤ ਹੈ, ਜਿਹੜਾ ਸਬਜੈਕਟ ਤੁਸੀਂ ਵਿਦਿਆਰਥੀ ਨੂੰ ਪੜ੍ਹਾ ਰਹੇ ਹੋ ਉਸ ਸਬਜੈਕਟ ਨਾਲ ਬੱਚੇ ਨੂੰ ਨਫ਼ਰਤ ਹੋ ਜਾਏਗੀ ਅਤੇ ਬੱਚਾ ਉਸ ਸਬਜੈਕਟ 'ਚ ਫੇਲ ਹੋ ਜਾਏਗਾ। ਇਸ ਲਈ ਟੀਚਰ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਵਿਦਿਆਰਥੀ ਉਸ ਨੂੰ ਨਫ਼ਰਤ ਨਾ ਕਰਨ, ਨਹੀਂ ਤਾਂ ਉਸ ਵਿਦਿਆਰਥੀ ਨੇ ਤਾਂ ਫੇਲ ਹੋ ਹੀ ਜਾਣਾ, ਕਿਉਂਕਿ ਉਹਨੂੰ ਤੁਹਾਡੇ ਨਾਲ ਨਫ਼ਰਤ ਹੈ। ਜਿਹੜਾ ਤੁਸੀਂ ਸਬਜੈਕਟ ਪੜ੍ਹਾ ਰਹੇ ਹੋ ਉਸ ਨਾਲ ਆਪਣੇ ਆਪ ਹੀ ਉਸ ਨੂੰ ਨਫ਼ਰਤ ਹੈ, ਅਤੇ ਜੇ ਸਬਜੈਕਟ ਨਾਲ ਬੱਚੇ ਨੂੰ ਨਫ਼ਰਤ ਹੋਵੇ ਉਹ ਸਬਜੈਕਟ ਆਉਂਦਾ ਹੀ ਨਹੀਂ ਹੁੰਦਾ। ਜੇ ਗੁਰੂ ਨਾਲ ਪ੍ਰੇਮ ਹੈ ਤਾਂ ਫਿਰ ਬਾਣੀ ਨਾਲ ਵੀ ਪ੍ਰੇਮ, ਜਿਹਦਾ ਬਾਣੀ ਨਾਲ ਪ੍ਰੇਮ ਹੈ ਸਮਝੋ ਉਹਨੂੰ ਗੁਰੂ ਨਾਲ ਪ੍ਰੇਮ ਹੈ। ਕਿਉਂ? ਉਹਨੂੰ ਗੁਰੂ ਚੰਗਾ ਲੱਗਦਾ, ਇਸ ਲਈ ਗੁਰੂ ਦੀ ਗੱਲ ਚੰਗੀ ਲੱਗਦੀ ਹੈ। ਜਿਹਨੂੰ ਗੁਰੂ ਹੀ ਨਹੀਂ ਚੰਗਾ ਲੱਗਦਾ ਉਹਦੀ ਗੱਲ ਵੀ ਚੰਗੀ ਨਹੀਂ ਲੱਗਣੀ, ਉਹਦੀ ਗੱਲ ਵੀ ਨਹੀਂ ਚੰਗੀ ਲੱਗਣੀ। ਫਿਰ ਗੁਰੂ ਦੇ ਉਪਦੇਸ਼ 'ਤੇ ਕੀ ਹੁੰਦਾ? ਭਉ ਚੂਕਾ ਨਿਰਭਉ ਬਸੇ, ਉਹਦਾ ਡਰ ਖਤਮ ਹੋ ਗਿਆ, ਉਪਦੇਸ਼ 'ਤੇ ਵਿਸ਼ਵਾਸ ਆ ਗਿਆ ਕਿ ਪਰਮਾਤਮਾ ਤੋਂ ਬਿਨਾਂ ਤੈਨੂੰ ਨਾ ਕੋਈ ਮਾਰ ਸਕਦਾ ਨਾ ਕੋਈ ਜਿਉਂਦਿਆਂ ਰੱਖ ਸਕਦਾ। ਜੇ ਪਰਮਾਤਮਾ ਜਦੋਂ ਤੈਨੂੰ ਮਾਰੇਗਾ ਤੂੰ ਉਦੋਂ ਹੀ ਮਰੇਗਾ, ਉਦੋਂ ਪਹਿਲਾਂ ਤੂੰ ਮਰ ਨਹੀਂ ਸਕਦਾ। ਉਹਦਾ ਡਰ ਹੀ ਖਤਮ ਹੋ ਜਾਂਦਾ। ਅਸੀਂ ਡਰਦੇ ਰਹਿਣਾ ਕੋਈ ਮਾਰ ਨਾ ਜਾਏ, ਅਸੀਂ ਡਰਦੇ ਰਹਿੰਦੇ, ਇਸ 'ਚ ਕੋਈ ਸ਼ੱਕ ਨਹੀਂ ਕਿ ਸਾਨੂੰ ਕੋਈ ਮਾਰ ਨਾ ਜਾਏ। ਪਰ ਜਿਸ ਨੂੰ ਵਿਸ਼ਵਾਸ ਹੋ ਜਾਂਦਾ ਪੂਰਾ 100%, ਮਾਰੈ ਰਾਖੈ ਏਕੋ ਆਪ, ਮਾਨਸ ਕੇ ਨਾ ਹੀ ਹਾਥ। ਮਾਰਨ ਵਾਲਾ ਅਤੇ ਰੱਖਣ ਵਾਲਾ ਇੱਕ ਪਰਮਾਤਮਾ ਹੈ, ਹੋਰ ਕਿਸੇ ਮਨੁੱਖ ਦੇ ਵੱਸ 'ਚ ਕੁਝ ਨਹੀਂ ਹੈ। ਇਸ ਲਈ ਉਹਦਾ ਡਰ ਖਤਮ ਹੋ ਜਾਂਦਾ। ਭਉ ਚੂਕਾ, ਚੂਕਾ ਬਣੇ ਖਤਮ ਹੋ ਗਿਆ, ਨਿਰਭਉ ਹੈ ਬਸੇ, ਫਿਰ ਉਹ ਨਿਡਰ ਹੋ ਕੇ ਵਸਦੇ ਨੇ। ਸਗਲ ਵਿਆਦ ਮਨ 'ਤੇ ਖੈਰ ਨਸੇ, ਵਿਆਦ ਬੁਰਾਈਆਂ ਨੂੰ ਕਹਿੰਦੇ, ਆਦ ਵਿਆਦ ਉਪਾਦ, ਇਹ 3 ਪ੍ਰਕਾਰ ਦੇ ਰੋਗ ਗਿਣੇ ਗਏ ਨੇ। ਇਹ ਮਾਇਆ ਦੇ 3 ਰੋਗ ਗਿਣੇ ਗਏ ਨੇ, ਆਦ ਵਿਆਦ ਉਪਾਦ। ਮਾਨਸਿਕ ਰੋਗ, ਸਰੀਰਕ ਰੋਗ, ਆਰਥਿਕ ਰੋਗ। ਮਾਨਸਿਕ ਦੁੱਖ, ਸਰੀਰਕ ਦੁੱਖ, ਆਰਥਿਕ ਦੁੱਖ। ਅਚਾਨਕ ਗਰੀਬੀ ਆ ਗਈ ਹੈ, ਦੁਖੀ ਹੋ ਜਾਂਦਾ ਬੰਦਾ। ਇਹ ਸਾਰੀਆਂ ਵਿਆਧੀਆਂ ਉਪਾਧੀਆਂ, ਸਾਰੇ ਰੋਗ, ਸਾਰੀਆਂ ਇਹ ਮੁਸੀਬਤਾਂ ਮਨ ਤੋਂ ਨਸ ਜਾਂਦੀ। ਖੈ ਦਾ ਨਾਸ਼ ਹੋ ਜਾਣਾ, ਹਿੰਦੀ ਸ਼ਬਦ ਹੈ ਕਸ਼ੈ, ਨਾਸ਼ ਹੋ ਜਾਣਾ। ਉਸ ਤੋਂ ਬਣੇ ਪੰਜਾਬੀ ਖੈ, ਨਾਸ ਹੋ ਜਾਣਾ। ਨਾਸ ਹੋ ਜਾਂਦੇ ਨੇ, ਇਹ ਸਾਰੇ ਨਸ ਜਾਂਦੀਆਂ ਨੇ, ਅੰਦਰ ਬੁਰਾਈਆਂ ਰਹਿੰਦੀਆਂ ਨਹੀਂ ਹੈ। ਜਿਸ ਕਾ ਸਾਥ ਤੇਰੀ ਕਿਰਪਾ ਧਾਰੀ, ਇਹ ਜਿਸ ਪਰਮਾਤਮਾ ਦਾ ਇਹ ਬੰਦਾ ਬਣਾਇਆ ਹੋਇਆ ਨਾ, ਉਸ ਪਰਮਾਤਮਾ ਨੇ ਕਿਰਪਾ ਕੀਤੀ। ਪਰਮਾਤਮਾ ਫਿਰ ਕਿਰਪਾ ਕਰਦਾ। ਪਰਮਾਤਮਾ ਨੇ ਸਾਨੂੰ ਬਣਾਇਆ। ਜੇ ਧਰਮ ਦਾ ਗਿਆਨ ਹੋ ਲੈ, ਪਰਮਾਤਮਾ ਨੇ ਕਿੱਥੇ ਬਣਾਇਆ? ਮਾਂ ਪਿਓ ਨੇ ਸਾਨੂੰ ਪੈਦਾ ਕੀਤਾ। ਉਹ ਕਹਿੰਦੇ ਮਾਂ ਪਿਓ ਨੇ ਸਾਨੂੰ ਪੈਦਾ ਕੀਤਾ, ਪਰਮਾਤਮਾ ਨੇ ਥੋੜ੍ਹੇ ਸਾਨੂੰ ਪੈਦਾ ਕੀਤਾ। ਜਿਹਨੂੰ ਧਰਮ ਦਾ ਗਿਆਨ ਹੈ ਉਹ ਕਹੇਗਾ ਹਾਂ ਹੈ ਤੇ ਅਸੀਂ ਪਰਮਾਤਮਾ ਦੇ ਬੱਚੇ, ਪਰ ਮਾਤਾ ਪਿਤਾ ਰਾਹੀਂ ਇਸ ਸੰਸਾਰ 'ਤੇ ਆਏ ਹਾਂ। ਪਾਲਦਾ ਤਾਂ ਸਾਨੂੰ ਪਰਮਾਤਮਾ ਹੀ ਹੈ, ਪਰ ਮਾਤਾ ਪਿਤਾ ਰਾਹੀਂ ਪਾਲਦਾ ਹੈ। ਬਸ ਇੰਨਾ ਹੀ ਫਰਕ ਹੈ। ਪਾਲਦਾ ਤਾਂ ਪਰਮਾਤਮਾ ਹੀ ਹੈ, ਪਰ ਪਰਮਾਤਮਾ ਸਿੱਧਾ ਨਹੀਂ ਪਾਲਦਾ। ਜਿਵੇਂ ਪਰਮਾਤਮਾ ਸਿੱਧਾ ਕਿਸੇ ਨੂੰ ਨਹੀਂ ਮਿਲਦਾ, ਉਹ ਕਹਿੰਦੇ ਮੈਨੂੰ ਮਿਲਣਾ ਤਾਂ ਗੁਰੂ ਕੋਲ ਜਾਓ।
ਗੁਰੂ ਤੁਹਾਡੀ ਸਿਫਾਰਿਸ਼ ਕਰੇਗਾ ਤੇ ਮੈਂ ਗੁਰੂ ਦੀ ਸਿਫਾਰਿਸ਼ ਨੂੰ ਨਾ ਨਹੀਂ ਕਰਦਾ, ਮੈਂ ਤੁਹਾਨੂੰ ਮਿਲ ਪਾਂਗਾ। ਤਾਂ ਹੀ ਲਿਆ ਗੁਰਪ੍ਰਸਾਦ। ਬਿਨਾਂ ਗੁਰੂ ਤੋਂ ਸਾਰੀ ਉਮਰ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ, ਨਹੀਂ ਮਿਲੇਗਾ। ਉਹ ਕਹਿੰਦੇ ਮੈਂ ਤੇ ਗੁਰੂ ਰਾਹੀਂ ਮਿਲਣਾ, ਤੇ ਤੂੰ ਨਿਗੁਰੇ, ਮੈਂ ਨਹੀਂ ਤੈਨੂੰ ਮਿਲਦਾ। ਜੋ ਉਹਨੇ ਵਿਧਾਨ ਹੀ ਬਣਾਤਾ ਕਿ ਮੈਂ ਸਿੱਧਾ ਕਿਸੇ ਨੂੰ ਮਿਲਣਾ ਹੀ ਨਹੀਂ, ਮੈਂ ਤੇ ਗੁਰੂ ਦੇ ਰਾਹੀਂ ਮਿਲਣਾ ਹੈ। ਗੁਰੂ ਵੀ ਸਿਫਾਰਿਸ਼ ਕਰੇਗਾ ਤੁਹਾਡੀ। ਤਾਂ ਜਿਵੇਂ ਟੀਚਰ ਸਿਫਾਰਿਸ਼ ਕਰਦਾ ਇਸ ਬੱਚੇ ਨੂੰ ਛੁੱਟੀ ਦਿੱਤੀ ਜਾਵੇ, ਪੀਐਨ ਜਾਂ ਮਨੀਟਰ ਉਸ ਅਰਜ਼ੀ ਨੂੰ ਲੈ ਕੇ ਪ੍ਰਿੰਸੀਪਲ ਕੋਲ ਜਾਂਦਾ ਹੈ। ਪ੍ਰਿੰਸੀਪਲ ਉੱਤੇ ਲਿਖ ਦਿੰਦਾ ਮਨਜ਼ੂਰ ਕੀਤੀ, ਟੀਚਰ ਲਿਖਦਾ ਰਿਕਮੈਂਡਡ, ਪ੍ਰਿੰਸੀਪਲ ਲਿਖਦਾ ਅਲਾਊਡ। ਟੀਚਰ ਅਲਾਊਡ ਨਹੀਂ ਲਿਖਦਾ, ਟੀਚਰ ਰਿਕਮੈਂਡ ਕਰਦਾ ਕਿ ਇਸ ਬੱਚੇ ਨੂੰ ਛੁੱਟੀ ਦਿੱਤੀ ਜਾਵੇ। ਇਹ ਪ੍ਰਿੰਸੀਪਲ ਦੀ ਮਰਜ਼ੀ ਹੈ, ਦੇਵੇ ਨਾ ਦੇਵੇ। ਪਰ ਜਿਵੇਂ ਪਰਮਾਤਮਾ ਕਹਿੰਦਾ ਨਾ ਵੀ ਮੈਂ ਗੁਰੂ ਨੂੰ ਨਾ ਨਹੀਂ ਕਰਾਂਗਾ, ਇਸ ਤਰ੍ਹਾਂ ਪ੍ਰਿੰਸੀਪਲ ਵੀ ਕਹਿੰਦਾ ਵੀ ਟੀਚਰ ਨੇ ਕਿਹਾ ਇਸ ਲਈ ਉਹ ਨਾ ਨਹੀਂ ਕਰਦਾ, ਉਹ ਵੀ ਲਿਖ ਦਿੰਦਾ। ਜੇ ਇੱਕ ਬੱਚਾ ਬਹੁਤ ਛੁੱਟੀਆਂ ਲੈਂਦਾ ਸੀ, ਉਹਨੇ ਅਰਜ਼ੀ ਦਿੱਤੀ, ਮੈਂ ਉੱਤੇ ਲਿਖਤਾ ਨਾਟ ਰਿਕਮੈਂਡਡ। ਉਹਨੂੰ ਕੀ ਪਤਾ 6ਵੀਂ ਦਾ ਸੀ ਵੀ ਕੀ ਲਿਖਿਆ। ਮੈਂ ਜਾ ਪ੍ਰਿੰਸੀਪਲ ਕੋਲ ਲੈ ਜਾ, ਪ੍ਰਿੰਸੀਪਲ ਕਹੇ ਚਲੋ ਚਲੋ ਤੈਨੂੰ ਨਹੀਂ ਛੁੱਟੀ ਮਿਲ ਸਕਦੀ। ਉਹ ਕਹਿੰਦੇ ਜੀ ਸਰ ਜੀ ਲਿਖਿਆ, ਕਹਿੰਦਾ ਸਰ ਜੀ ਲਿਖਿਆ ਇਹਨੂੰ ਛੁੱਟੀ ਨਹੀਂ ਦੇਣੀ, ਤੈਨੂੰ ਨਹੀਂ ਮਿਲ ਸਕਦੀ, ਭੱਜਾ। ਕਹਿੰਦਾ ਸਰ ਜੀ ਤੁਸੀਂ ਉੱਤੇ ਕੀ ਲਿਖੇ? ਮੈਂ ਲਿਖਿਆ ਸੀ ਛੁੱਟੀ ਨਾ ਦਿੱਤੀ ਜਾਵੇ। ਕਹਿੰਦਾ ਮੈਂ ਤਾਂ ਕਿਹਾ ਵੀ ਸਰ ਜੀ ਲਿਖਦਾ ਵੀ ਹਾਂ। ਸੋ ਇਹ ਹੈ, ਇਸ ਤਰ੍ਹਾਂ ਗੁਰੂ ਮਹਾਰਾਜ ਜਦੋਂ ਕਹਿਣਗੇ ਹਾਂ ਜੀ ਇਸ ਸਿੱਖ ਨੂੰ ਆਪਣੇ ਦਰਸ਼ਨ ਦਿਓ, ਪਰਮਾਤਮਾ ਗੁਰੂ ਦੀ ਗੱਲ ਮੰਨਦਾ, ਦਰਸ਼ਨ ਦੇ ਦਿੰਦਾ। ਇਸ ਲਈ ਅਸੀਂ ਕਿਹਨੂੰ ਖੁਸ਼ ਕਰਨਾ? ਗੁਰੂ ਨੂੰ। ਗੁਰੂ ਮਹਾਰਾਜ ਨੂੰ ਖੁਸ਼ ਕਰਨਾ ਤਾਂ ਜੋ ਆਪਣੀ ਸਿਫਾਰਿਸ਼ ਜਿਹੜੀ ਹੈ ਪਰਮਾਤਮਾ ਅੱਗੇ ਕਰਨ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਸ ਕਾ ਸਾਹ ਤਿਨ ਕਿਰਪਾ ਧਾਰੇ। ਜਿਸ ਦੇ ਅਸੀਂ ਸੀ ਉਸ ਪਰਮਾਤਮਾ ਨੇ ਕਿਰਪਾ ਕੀਤੀ। ਕੀ ਕਿਰਪਾ ਕੀਤੀ? ਆਪ ਹੀ ਕਿਹਾ ਕਰੋ ਪ੍ਰਸ਼ਨ, ਤਾਂ ਜੋ ਆਨਸਰ ਚੰਗੀ ਤਰ੍ਹਾਂ ਸਮਝ ਆ ਜਾਏ। ਪਰਮਾਤਮਾ ਨੇ ਕਿਰਪਾ ਕੀਤੀ, ਇਸ ਤੋਂ ਕੀ ਪਤਾ ਵੀ ਕੀ ਕਿਰਪਾ ਕੀਤੀ? ਮਾਇਆ ਦੀ ਕਿਰਪਾ ਕੀਤੀ, ਤੰਦਰੁਸਤੀ ਦੀ ਕਿਰਪਾ ਕੀਤੀ, ਆਦਰ ਮਾਣ ਦੀ ਕਿਰਪਾ। ਕਾਹਦੀ ਕਿਰਪਾ ਕੀਤੀ? ਕਾਹਦੀ ਕਿਰਪਾ ਕੀਤੀ? ਪਰਮਾਤਮਾ ਨੇ ਕੀਤੀ ਕਿਰਪਾ। ਸਾਧ ਸੰਗ ਜਪ ਨਾਮ ਮੁਰਾਰੀ। ਗੁਰੂ ਦੀ ਦਿੱਤੀ ਸੰਗਤ, ਬਈ ਜਾ ਰੱਬ ਦਾ ਨਾਮ ਜਪ। ਮੁਰਾਰੀ ਪਰਮਾਤਮਾ ਨੂੰ ਕਹਿੰਦੇ। ਸਾਧ ਸੰਗ, ਬਈ ਗੁਰੂ ਦੀ ਸੰਗਤ 'ਚ, ਸਤ ਸੰਗਤ 'ਚ ਜਾ ਅਤੇ ਉੱਥੇ ਪਰਮਾਤਮਾ ਦਾ ਨਾਮ ਜਪ। ਇਹ ਉਹਦੀ ਕਿਰਪਾ ਕੀਤੀ। ਉਹਨੇ ਕਿਰਪਾ ਕੀਤੀ ਅਤੇ ਫਿਰ ਬੰਦਾ ਦਿਨ ਰਾਤ ਨਾਮ ਜਪਦਾ। ਜਦੋਂ ਨਾਮ ਜਪਣ ਨੂੰ ਜੀਅ ਕਰੇ ਨਾ, ਸਮਝੋ ਅੱਜ ਗੁਰੂ ਦੀ ਕਿਰਪਾ ਬਹੁਤ ਹੈ, ਅੱਜ ਪਰਮਾਤਮਾ ਦੀ ਕਿਰਪਾ ਹੈ। ਨਾਮ ਜਪਣ ਨੂੰ ਜੀਅ ਕੀਤਾ, ਵੇਲੇ ਸਿਰ ਉੱਠੇ ਹੋ, ਐਂ ਕਹੋ ਅੱਜ ਪਰਮਾਤਮਾ ਦੀ ਕਿਰਪਾ ਹੈ, ਮੈਨੂੰ ਉਹਨੇ ਅੰਮ੍ਰਿਤ ਵੇਲੇ ਉਠਾਇਆ ਹੈ। ਥਿਤ ਪਾਈ ਚੂਕੇ ਭਰਮ ਗਵਨ। ਇਹ ਖਿਆਲ ਰੱਖਣਾ, ਜੇ ਪੰਜਾਬੀ ਦਾ ਸ਼ਬਦ ਹੁੰਦਾ ਫਿਰ ਹੁੰਦਾ ਭੱਬਾ ਰਾਰਾ ਮੰਮਾ। ਰਾਰਾ ਪੂਰਾ ਹੋਣਾ ਸੀ, ਫਿਰ ਪੰਜਾਬੀ ਦਾ ਸ਼ਬਦ ਜਿਹੜਾ ਸੀ। ਜਦ ਪੈਰ 'ਚ ਰਾਰਾ ਹੋਵੇ ਫਿਰ ਹਿੰਦੀ ਦਾ ਸ਼ਬਦ ਹੁੰਦਾ ਹੈ ਭਰਮ, ਭਟਕਣਾ, ਥਾਂ ਥਾਂ 'ਤੇ ਭਟਕਣਾ, ਉਹਨੂੰ ਕਹਿੰਦੇ ਭਰਮ। ਡਾਊਟ ਨੂੰ ਵੀ ਭਰਮ ਕਹਿੰਦੇ ਨੇ। ਆਪ ਕੋ ਭਰਮ ਹੈ, ਹਿੰਦੀ ਆਪਾਂ ਕਹਿੰਦੇ ਤੁਹਾਨੂੰ ਭਰਮ ਹੈ ਜੀ, ਹਿੰਦੀ ਆਪ ਕੋ ਭਰਮ ਹੈ, ਵੀ ਆਪ ਜੀ ਨੂੰ ਸ਼ੰਕਾ ਹੈ, ਡਾਊਟ ਹੈ। ਥਿਤ ਪਾਈ ਚੂਕੇ ਭਰਮ ਗਵਨ। ਖਿਆਲ ਰੱਖਣਾ ਕਿ ਤਾਂ ਪੜ੍ਹਦਾ ਭਰਮ ਗਵਨ ਨਹੀਂ ਪੜ੍ਹਨਾ। ਥਿਤ ਪਾਈ ਚੂਕੇ ਭਰਮ ਗਵਨ। ਸੁਣ ਨਾਨਕ ਹਰ ਹਾ ਜਸ ਸ਼ਰਵਣ। ਖਿਆਲ ਰੱਖਣਾ, ਇਹਨੂੰ ਸਰਵਣ ਨਹੀਂ ਪੜ੍ਹਨਾ। ਇਹ ਹਿੰਦੀ ਦਾ ਸ਼ਬਦ ਹੈ, ਪੈਰ 'ਚ ਹਾਰਾ ਲੈ। ਸ਼ਰਵਣ ਆਪਣੇ ਜਿਹੜੇ ਕੰਨ ਹੁੰਦੇ ਪੰਜਾਬੀ ਆਪਣੇ ਕੰਨ ਕਹਿੰਦਾ, ਹਿੰਦੀ ਕਾਨ ਕਹਿੰਦੇ ਨੇ, ਪਰ ਪਹਿਲਾਂ ਹਿੰਦੀ ਨੂੰ ਕਹਿੰਦੇ ਸ਼ਰਵਣ, ਕੰਨ। ਸੁਣ ਨਾਨਕ ਹਾਰਾ ਜਸ ਸ਼ਰਵਣ। ਕੰਨਾਂ ਦੇ ਨਾਲ ਹਰੀ ਜਸ ਸੁਣੋ। ਜਦੋਂ ਬੰਦਾ ਕੰਨਾਂ ਦੇ ਨਾਲ ਹਰੀ ਜਸ ਸੁਣਦਾ ਹੈ
ਧਿਆਨ ਦੇਣਾ ਹੈ। ਬਾਣੀ ਪੜ੍ਹਨ ਦਾ, ਬਾਣੀ ਗਾਉਣ ਦਾ, ਬਾਣੀ ਦੀ ਕਥਾ ਕਰਨ ਦੀ ਤਾਂ ਹੀ ਮਹਾਨਤਾ ਹੈ ਜਿਹੜੀ ਪੜ੍ਹੀ ਜਾ ਰਹੀ ਹੈ ਉਹਨੂੰ ਕੰਨਾਂ ਨਾਲ ਸੁਣਿਆ ਜਾਵੇ। ਕੀਰਤਨ ਕੀਤਾ ਜਾ ਰਿਹਾ ਹੈ, ਆਪ ਵੀ ਸੁਣੋ ਉਸ ਨੂੰ, ਜਰਾ ਲੋਕਾਂ ਨੂੰ ਨਾ ਸੁਣਾਓ, ਕੰਨਾਂ ਨਾਲ ਸੁਣਨਾ। ਸਿਮਰਨ ਕਰ ਰਹੇ ਹਾਂ ਵਾਹਿਗੁਰੂ ਵਾਹਿਗੁਰੂ, ਇਹਨੂੰ ਕੰਨਾਂ ਨਾਲ ਸੁਣਨਾ ਤਾਂ ਫਲ ਮਿਲੇਗਾ। ਸੁਣਾਂਗੇ। ਦੇਖੋ ਸੁਣਨ ਦੀਆਂ 4 ਪੌੜੀਆਂ ਜਪਜੀ ਸਾਹਿਬ, ਮੰਨਣ ਦੀਆਂ ਬਾਅਦ 'ਚ ਨੇ ਨਾ। ਸੁਣਦਾ ਹੀ ਨਹੀਂ ਕੋਈ। ਜੇ ਜਪਜੀ ਸਾਹਿਬ ਨੂੰ ਤੁਸੀਂ ਪੜ੍ਹੋ ਤਾਂ ਸੁਣਨ ਦਾ ਹੀ ਕਿੰਨਾ ਮਹੱਤਮ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਦੇਖੋ ਕਿੱਥੋਂ ਤੱਕ ਬੰਦਾ ਪਹੁੰਚ ਜਾਂਦਾ ਹੈ। ਜਿਹੜਾ ਬਾਣੀ ਨੂੰ, ਨਾਮ ਨੂੰ ਕੰਨਾਂ ਨਾਲ ਸੁਣਦਾ ਉਹ ਤੇ ਸਿੱਧ ਪੁਰਸ਼ ਹੁੰਦਾ ਹੈ, ਉਹ ਤੇ ਪੀਰ ਪੈਗੰਬਰ ਹੋ ਜਾਂਦਾ ਹੈ, ਉਹ ਤੇ ਭਗਤ ਹੋ ਜਾਂਦਾ ਹੈ, ਉਹ ਤੇ ਸੰਤ ਮਹਾਤਮਾ ਹੁੰਦਾ ਸੁਣਨ ਵਾਲੇ। ਪਰ ਸੁਣਦਾ ਹੀ ਨਹੀਂ ਕੋਈ। ਜੇ ਅਸੀਂ 100 ਵਾਰ ਵਾਹਿਗੁਰੂ ਵਾਹਿਗੁਰੂ ਕਹਿੰਦੇ, ਮਸਾਂ 40-50 ਵਾਰ ਸੁਣਦੇ ਹਾਂ, ਬਾਕੀ ਪਤਾ ਨਹੀਂ ਕਿੱਥੇ ਧਿਆਨ ਚਲੇ ਜਾਂਦਾ। ਕੰਨ ਤੇ ਲੱਗੇ ਹੋਏ ਨੇ, ਕੰਨ ਨਹੀਂ ਸੁਣਦੇ, ਕੰਨਾਂ ਰਾਹੀਂ ਮਨ ਸੁਣਦਾ। ਪਰ ਜੇ ਕੰਨ ਨਾ ਹੋਣ ਫਿਰ ਮਨ ਵੀ ਨਹੀਂ ਸੁਣ ਸਕਦਾ। ਮਨ ਨੇ ਕੰਨਾਂ ਰਾਹੀਂ ਸੁਣਨਾ ਹੈ, ਮਨ ਨੇ ਅੱਖਾਂ ਰਾਹੀਂ ਦੇਖਣਾ ਹੈ। ਦੇਖਦਾ ਮਨ ਹੀ ਹੈ, ਸਾਧਨ ਹੈ ਅੱਖਾਂ। ਸੁਣਦਾ ਮਨ ਹੈ, ਸਾਧਨ ਨੇ ਕੰਨ। ਪਾਲਦਾ ਪਰਮਾਤਮਾ, ਸਾਧਨ ਹੈ ਮਾਂ ਪਿਓ। ਇਹ ਸਾਧਨ ਨੇ। ਸਾਧਨ ਨੂੰ ਕਦੇ ਕਰਤਾ ਨਹੀਂ ਸਮਝ ਲੈਣਾ ਚਾਹੀਦਾ। ਬਸ ਇੱਥੇ ਸਾਰੀ ਗੜਬੜ ਹੈ। ਅਸੀਂ ਸਾਧਨ ਹਾਂ, ਪਰ ਅਸੀਂ ਆਪਣੇ ਨੂੰ ਕਰਤਾ ਸਮਝ ਬੈਠੇ ਕਿ ਅਸੀਂ ਕੀਤਾ। ਉਹ ਕਹਿੰਦੇ ਪਰਮਾਤਮਾ ਨਹੀਂ, ਤੁਸੀਂ ਨਹੀਂ ਕੀਤਾ, ਮੈਂ ਤੁਹਾਡੇ ਰਾਹੀਂ ਕਰਵਾਇਆ ਹੈ ਕੰਮ, ਤੇ ਮੈਂ ਕਰਵਾਇਆ, ਤੁਹਾਡੇ ਰਾਹੀਂ ਕਰਵਾਇਆ। ਬਸ ਇੰਨਾ ਹੀ ਹੈ। ਪਰਮਾਤਮਾ ਕਹਿੰਦਾ ਇਹ ਮੇਰੇ ਬੱਚੇ ਨੇ, ਮੈਂ ਹੀ ਇਹਨਾਂ ਨੂੰ ਪਾਲ ਰਿਹਾ, ਪਰ ਤੁਹਾਡੇ ਰਾਹੀਂ ਪਾਲ ਰਿਹਾ। ਪਾਲ ਮੈਂ ਹੀ ਰਿਹਾ, ਤੁਹਾਡੇ ਰਾਹੀਂ ਪਾਲ ਰਿਹਾ ਹਾਂ। ਬਸ ਇੰਨਾ ਹੀ ਹੈ। ਅਸੀਂ ਕਿਹਨਾਂ ਅਸੀਂ ਪਾਲਦੇ ਹਾਂ। ਉਹ ਕਹਿੰਦੇ ਕਮਾਲ ਹੈ, ਪਾਲ ਮੈਂ ਰਿਹਾ, ਤੂੰ ਕਹਿੰਦਾ ਮੈਂ ਪਾਲ ਰਿਹਾ ਹਾਂ। ਦੋ ਹੋ ਗਏ ਨਾ ਫਿਰ। ਮੈਂ ਇੱਕ ਰੱਬ ਹੋ ਗਿਆ, ਇੱਕ ਮੈਂ ਹੋ ਗਿਆ, ਬਰਾਬਰ ਹੈ ਵੀ ਮੈਂ ਪਾਲ ਰਿਹਾ। ਉਹ ਕਹਿੰਦਾ ਕਮਾਲ ਹੈ, ਪਾਲ ਤੇ ਮੈਂ ਰਿਹਾ ਹਾਂ ਤੇ ਸ਼ਾਬਾਸ਼ ਤੂੰ ਲੈ ਰਿਹਾ। ਉਹ ਇਹਨੂੰ ਕਹਿੰਦੇ ਹਉਮੈ। ਤੇ ਪਰਮਾਤਮਾ ਦੇ ਹਉਮੈ ਮੇਲ ਨਹੀਂ ਹੈਗਾ, ਕੋਈ ਮੇਲ ਨਹੀਂ। ਆਪਣੇ ਆਪ ਨੂੰ ਕਰਤਾ ਨਹੀਂ ਸਮਝਣਾ, ਆਪਣੇ ਆਪ ਨੂੰ ਸਾਧਨ ਸਮਝਣਾ। ਪਰਮਾਤਮਾ ਗੁਰੂ ਮਹਾਰਾਜ ਮੇਰੇ ਰਾਹੀਂ ਕਥਾ ਕਰਵਾ ਰਹੇ ਨੇ, ਮੈਂ ਨਹੀਂ ਕਥਾ ਕਰ ਰਿਹਾ। ਮੇਰੇ ਰਾਹੀਂ ਉਹੀ ਬੋਲ ਰਹੇ ਹਨ, ਉਹੀ ਕਥਾ ਕਰ ਰਹੇ ਨੇ। ਮੈਂ ਤਾਂ ਇੱਕ ਸਾਧਨ ਹਾਂ, ਮੈਂ ਕਰਤਾ ਨਹੀਂ ਹਾਂ, ਮੈਂ ਸਾਧਨ ਹਾਂ। ਅਤੇ ਸਾਧਨ ਕਦੇ ਹੰਕਾਰ ਨਹੀਂ ਕਰਿਆ ਕਰਦਾ। ਕਰਤੇ ਨੂੰ ਤਾਂ ਹੰਕਾਰ ਹੋ ਸਕਦਾ, ਸਾਧਨ ਨੂੰ ਕੀ ਹੰਕਾਰ ਹੈ। ਮੋਹਨ ਨੇ ਸੋਟੀ ਨਾਲ ਸੱਪ ਮਾਰਿਆ। ਸੋਟੀ ਕਹਿੰਦੀ ਮੈਂ ਮਾਰਿਆ। ਸੋਟੀ ਕਹਿੰਦੀ ਮੈਂ ਮਾਰਿਆ। ਮੋਹਨ ਕਹਿੰਦਾ ਮੈਂ ਮਾਰਿਆ, ਮੈਂ ਤੇਰੇ ਨਾਲ ਇਹਨੂੰ ਮਾਰਿਆ। ਸਿਰ ਮਾਰਿਆ ਮੈਂ, ਤੂੰ ਕਿਹੜਾ ਆਪਣੇ ਆਪ ਜਾ ਕੇ ਸੱਪ ਨੂੰ ਵੱਜੀ ਹੈ। ਜੇ ਤਾਂ ਤੂੰ ਧਰਤੀ 'ਤੇ ਸੋਟੀਏ ਪਈ ਹੁੰਦੀ, ਆਪ ਉੱਠ ਕੇ ਸੱਪ ਨੂੰ ਜਾ ਕੇ ਵੱਜਦੀ, ਫਿਰ ਤਾਂ ਤੂੰ ਮਾਰਿਆ। ਤੈਨੂੰ ਤਾਂ ਮੈਂ ਸਾਧਨ ਬਣਾਇਆ। ਮੋਹਨ ਕਹਿੰਦਾ ਸੱਪ ਤੇ ਮੈਂ ਮਾਰਿਆ, ਪਰ ਤੇਰੇ ਨਾਲ ਮਾਰਿਆ, ਤੈਨੂੰ ਵਰਤਿਆ, ਸਾਧਨ ਬਣਾਇਆ। ਸੋਟੀ ਕਹਿੰਦੀ ਮੈਂ ਮਾਰਿਆ। ਬਸ ਇੱਥੇ ਫਰਕ ਸਮਝਣਾ ਚੰਗੀ ਤਰ੍ਹਾਂ। ਸੱਪ ਨੂੰ ਮੋਹਨ ਨੇ ਮਾਰਿਆ, ਸੋਟੀ ਕਹਿੰਦੀ ਮੈਂ ਮਾਰਿਆ। ਸੋਟੀ ਪਾ ਮੈਂ ਮਾਰਿਆ। ਰੱਬ ਕਹਿੰਦਾ ਮੈਂ ਮਾਰਿਆ, ਤੇਰੇ ਰਾਹੀਂ ਮਾਰਿਆ। ਮੈਂ ਕਹਿੰਦਾ ਮੈਂ ਮਾਰਿਆ। ਬਸ ਇੱਥੇ ਸਾਰੀ ਗੱਲ ਹੈ। ਜਦੋਂ ਕਦੇ ਇਹ ਚੱਜ ਨਾਲ ਸਮਝ ਆ ਗਈ ਨਾ, ਫਿਰ ਹੌਲੀ ਹੌਲੀ ਹਉਮੈ ਖਤਮ ਹੋ ਜਾਏਗੀ। ਵੀ ਕਰਨ ਕਰਾਵਣ ਹਾਰ ਸੁਆਮੀ ਆਪਣਾ ਹੱਥ ਸੰਜੋਗੇ। ਉਹ ਕਰਨ ਤੇ ਕਰਾਉਣ ਵਾਲਾ ਤਾਂ ਉਹੀ ਹੈ, ਉਹ ਕਰਵਾਉਣ ਵਾਲਾ ਹੈ, ਅਸੀਂ ਕਰਨ ਵਾਲੇ ਨਹੀਂ। ਉਹ ਸਾਡੇ ਰਾਹੀਂ ਕਰਵਾਉਂਦਾ ਹੈ। ਇਸ ਲਈ ਕਹਿੰਦੇ
ਸਾਧ ਸੰਗ ਜਪ ਨਾਮ ਮੁਰਾਰੀ। ਜਿਹਦੇ ਅਸੀਂ ਸੀ ਉਹਨੇ ਸਾਡੇ 'ਤੇ ਕਿਰਪਾ ਕੀਤੀ। ਫਿਰ ਅਸੀਂ ਸਾਧ ਸੰਗਤ ਕੀਤੀ, ਸਾਧੂ ਕਿਸੇ ਪਹੁੰਚੇ ਸਾਧੂ ਦੀ ਸੰਗਤ ਕੀਤੀ, ਕਿਸੇ ਗੁਰੂ ਦੀ ਸੰਗਤ ਕੀਤੀ। ਪਰਮਾਤਮਾ ਨੇ ਜੋ ਕਿਹਾ ਉਹ ਅੱਗੇ ਗੁਰੂ ਮਹਾਰਾਜ ਨੇ ਕਿਹਾ, ਅਤੇ ਜੋ ਗੁਰੂ ਮਹਾਰਾਜ ਨੇ ਕਿਹਾ ਉਹੀ ਅੱਗੇ ਸਾਧੂ ਕਹਿੰਦੇ ਨੇ, ਉਹੀ ਸਾਧੂ ਹੈ। ਇਸ ਲਈ ਸਾਧੂ ਵਿੱਚ, ਗੁਰੂ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੁੰਦਾ। ਦਸਮ ਪਾਤਸ਼ਾਹ ਨੇ ਸਾਫ਼ ਲਿਖਿਆ, ਮੇਰੇ ਵਿੱਚ, ਖਾਲਸੇ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਮੈਂ ਰੱਬ ਰੂਪ ਹਾਂ, ਖਾਲਸਾ ਮੇਰਾ ਰੂਪ ਹੈ ਖਾਸ, ਅਤੇ ਖਾਲਸਾ ਮੇਰਾ ਰੂਪ ਹੈ। ਦਸਮ ਪਾਤਸ਼ਾਹ ਕਹਿੰਦੇ ਮੈਂ ਰੱਬ ਰੂਪ ਹਾਂ ਅਤੇ ਖਾਲਸਾ ਮੇਰਾ ਰੂਪ ਹੈ, ਅਤੇ ਫਿਰ ਹੋ ਗਏ ਨਾ ਸਾਰੇ ਬਰਾਬਰ। ਫਿਰ ਰੱਬ, ਗੁਰੂ ਅਤੇ ਖਾਲਸਾ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਤਿੰਨੋਂ ਇਕਸਾਰ ਹੋ ਜਾਂਦੇ ਹਨ। ਇਸ ਲਈ ਕਈਆਂ ਨੂੰ ਸਾਧੂ ਸ਼ਬਦ ਨਾਲ ਹੀ ਐਲਰਜੀ ਹੈ। ਉਹ ਕਹਿੰਦੇ ਨਹੀਂ, ਸਾਧ ਸ਼ਬਦ ਨਾ ਗੁਰੂ ਲਈ ਵਰਤਿਆ ਹੈ, ਹਰ ਇੱਕ ਥਾਂ 'ਤੇ ਗੁਰੂ ਲਈ ਨਹੀਂ ਵਰਤਿਆ ਹੋਇਆ। ਗੁਰੂ ਮਹਾਰਾਜ ਨੇ ਜਦੋਂ 22 ਮੰਜੀਆਂ ਸਥਾਪਿਤ ਕੀਤੀਆਂ ਤੀਸਰੇ ਪਾਤਸ਼ਾਹ ਨੇ, ਉਹ ਜਿਹੜੇ 22 ਬੰਦੇ ਭੇਜਣਾ ਪ੍ਰਚਾਰਕ ਸਾਰੇ ਸਾਧੂ ਸਨ, ਅਤੇ ਲੋਕ ਉਹਨਾਂ ਦੀ ਸੰਗਤ ਕਰਦੇ ਸਨ। ਆਵਾਜਾਈ ਦੇ ਸਾਧਨ ਕੋਈ ਨਹੀਂ ਸਨ। ਇੱਕ ਕਰਨਾਟਕਾ 'ਚ ਬੈਠਾ ਅਤੇ ਗੁਰੂ ਮਹਾਰਾਜ ਗੋਇੰਦਵਾਲ ਬੈਠੇ ਨੇ। ਜੇ ਉਹ ਤੋਂ ਪੈਦਲ ਚੱਲ ਕੇ ਉਹ ਕਈ ਮਹੀਨੇ ਤਾਂ ਪਹੁੰਚੇਗਾ ਅਤੇ ਕਈ ਮਹੀਨਿਆਂ 'ਚ ਵਾਪਸ ਜਾਵੇਗਾ। ਕਈ ਸਾਲਾਂ ਬਾਅਦ ਲੋਕ ਗੁਰੂ ਦੇ ਦਰਸ਼ਨ ਕਰਨ ਆਉਂਦੇ ਸਨ, ਅਤੇ ਕਈਆਂ ਦੇ ਪਤਾ ਹੀ ਨਹੀਂ ਸੀ ਕਿ ਇਸ ਵੇਲੇ ਗੁਰੂ ਕੌਣ ਹੈ। ਕਈਆਂ ਦੇ ਪਤਾ ਹੀ ਨਹੀਂ ਸੀ ਹੁੰਦਾ ਵੀ ਹੁਣ ਗੁਰੂ ਕੌਣ ਹੈ। ਉੱਥੇ ਆ ਕੇ ਪਤਾ ਲੱਗਦਾ ਹੁਣ ਗੁਰੂ ਆ ਹੋ ਗਿਆ ਹੈ। ਇਸ ਲਈ ਗੁਰੂ ਹਰ ਥਾਂ 'ਤੇ ਨਹੀਂ ਜਾ ਸਕਿਆ ਕਰਦਾ। ਗੁਰੂ ਮਹਾਰਾਜ ਨੇ ਕਿ ਸਾਧੂ ਤਿਆਰ ਕੀਤੇ ਹੁੰਦੇ ਨੇ, ਸੰਤ ਕਹਿ ਲਓ, ਸਾਧੂ ਕਹਿ ਲਓ, ਸਾਧ ਕਹਿ ਲਓ। ਉਹ ਫਿਰ ਜੋ ਪਰਮਾਤਮਾ ਦਾ ਪ੍ਰਚਾਰ ਗੁਰੂ ਕਰਦੇ ਨੇ, ਗੁਰੂ ਜੋ ਕਹਿੰਦੇ ਨੇ ਉਹੀ ਅੱਗੇ ਸੰਤ ਮਹਾਤਮਾ ਆਪਣੇ ਸ਼ਬਦਾਂ 'ਚ ਕਹਿੰਦੇ ਨੇ। ਬਸ ਸ਼ਬਦਾਂ ਦਾ ਫਰਕ ਹੁੰਦਾ, ਗੱਲ ਉਹੀ ਹੁੰਦੀ ਹੈ, ਗੱਲ ਤਾਂ ਉਹੀ ਹੁੰਦੀ ਹੈ। ਗੱਲ ਤਾਂ ਗੁਰਬਾਣੀ ਹੀ ਹੈ ਨਾ, ਸਿਰ ਮੈਂ ਆਪਣੇ ਸ਼ਬਦਾਂ ਵਿੱਚ ਇਸ ਦੇ ਅਰਥ ਕਰ ਰਿਹਾ, ਬਸ ਇੰਨੀ ਫਰਕ ਹੈ। ਬਾਣੀ ਤਾਂ ਉਹੀ ਹੈ, ਉਪਦੇਸ਼ ਉਹੀ ਹੈ, ਸਿਰਫ ਅੱਜ ਦੇ ਸ਼ਬਦਾਂ ਦੇ ਵਿੱਚ 500 ਸਾਲ ਪਹਿਲਾਂ ਕਹੀ ਹੋਈ ਗੱਲ ਨੂੰ ਸਮਝਾਇਆ ਜਾ ਰਿਹਾ ਹੈ। ਕਿਉਂਕਿ ਸਮਾਂ ਪਾ ਕੇ ਇਹ ਬੋਲੀਆਂ ਵਿੱਚ ਤੇ ਲਿਖਤਾਂ 'ਚ ਫਰਕ ਪੈ ਜਾਂਦਾ ਹੈ, ਫਰਕ ਪੈ ਜਾਂਦਾ ਸਮਾਂ ਪਾ। ਜੋ ਅੱਜ ਪੰਜਾਬੀ ਹੈ ਇਹ 50 ਸਾਲ ਨੂੰ ਨਹੀਂ ਰਹੇਗੀ। ਇਹ 'ਚ ਪਤਾ ਨਹੀਂ ਕਿਹੜੀ ਕਿਹੜੀ ਜ਼ੁਬਾਨ ਦੇ ਹੋਰ ਸ਼ਬਦ ਆ ਵਿੱਚ ਰਲਣਗੇ। ਜਿਵੇਂ ਪਹਿਲਾਂ ਮੋਹਨ ਸਿੰਘ, ਮੰਮੇ ਨੂੰ ਹੋੜਾ ਹਾ ਅਣਾਣਾ ਲਿਖਿਆ ਜਾਂਦਾ ਸੀ। ਅੱਜ ਕੱਲ੍ਹ ਕੀ ਲਿਖਦੇ? ਹੁਣ ਸਾਡੇ 'ਤੇ ਹਿੰਦੀ ਦਾ ਅਸਰ ਹੋ ਗਿਆ, ਪੰਜਾਬੀ 'ਤੇ ਹਿੰਦੀ ਦਾ ਅਸਰ ਹੋ ਗਿਆ। ਅੱਜ ਅਸੀਂ ਲਿਖਦੇ ਮੰਮੇ ਨੂੰ ਹੋੜਾ ਹਾ ਨੰਨਾ ਮੋਹਨ ਸਿੰਘ, ਹੁਣ ਇਹ ਲਿਖਦੇ ਹਾਂ। ਪਹਿਲਾਂ ਮੰਮੇ ਨੂੰ ਹੋੜਾ ਹਾ ਅਣਾਣਾ ਲਿਖਿਆ ਜਾਂਦਾ ਸੀ, ਮੋਹਨ ਸਿੰਘ। ਮਨ ਮੋਹਣਾ ਅਣਾਣੇ ਨਾਲ ਲਿਖਿਆ ਜਾਂਦਾ, ਮਨ ਮੋਹਣਾ ਨਹੀਂ ਲਿਖਿਆ ਜਾਂਦਾ। ਪਰ ਹਿੰਦੀ ਦਾ ਪ੍ਰਭਾਵ ਹੋਣ ਕਰਕੇ ਅਣਾਣੇ ਦੀ ਥਾਂ 'ਤੇ ਹੁਣ ਨੰਨਾ ਵਰਤਣ ਲੱਗ ਪਿਆ ਸੀ। ਇਸ ਤਰ੍ਹਾਂ ਸਮਾਂ ਪਾ ਕੇ ਬਦਲਦੀ ਰਹਿੰਦੀਆਂ ਚੀਜ਼ਾਂ। ਸੋ ਗੁਰੂ ਮਹਾਰਾਜ ਕਹਿੰਦੇ ਗੁਰੂ ਦੀ ਕੀਤੀ ਸੰਗਤ, ਪਰਮਾਤਮਾ ਦਾ ਜਪਿਆ ਨਾਮ। ਫਿਰ ਕੀ ਹੋਇਆ? ਕੰਨਾਂ ਦੇ ਨਾਲ ਸੁਣ ਨਾਨਕ ਹਰ ਹਰ ਜਸ ਸ਼ਰਵਣ। ਬੋਲੋ ਸ਼ਰਵਣ, ਸੱਸੇ ਦੇ ਪੈਰ ਬਿੰਦੀ ਲਾ ਕੇ ਬੋਲਣਾ ਹੈ ਅਤੇ ਤੇਜ਼ੀ ਨਾਲ ਬੋਲਣਾ। ਬੋਲੋ ਸ਼ਰਵਣ, ਸ਼ਰਵਣ, ਸ਼ਰਵਣ। ਹਿੰਦੀ ਕਹਿੰਦੇ ਕੰਨ, ਪੰਜਾਬੀ 'ਚ ਆਪਾਂ ਕੰਨ ਕਹਿੰਦੇ ਹੁੰਦੇ, ਕੰਨ। ਹਰੀ ਦਾ ਜਸ ਕੰਨਾਂ ਨਾਲ ਸੁਣਿਆ। ਫਿਰ ਕੀ ਹੋਇਆ? ਥਿਤ ਪਾਈ ਚੁੱਕੇ ਭਰਮ ਗਵਨ। ਜਿਹੜਾ ਪਹਿਲਾਂ ਆਵਾ ਗਵਨ ਦੇ ਚੱਕਰ 'ਚ ਅਸੀਂ ਭਟਕ ਰਹੇ ਸੀ, ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ 'ਚ, ਉਹ ਜਿਹੜਾ ਆਵਾ ਗਵਨ ਦਾ ਚੱਕਰ ਸੀ ਨਾ, ਉਹ ਜਿਹੜੀ ਭਟਕਣਾ ਸੀ ਉਹ ਹੋ ਗਈ ਖਤਮ। ਚੂਕੇ ਮੇਰੇ ਖਤਮ, ਉਹ ਖਤਮ ਹੋ ਗਏ। ਥਿਤ ਪਾਈ, ਹੁਣ ਸਦਾ ਲਈ ਇੱਕ ਥਾਂ 'ਤੇ ਟਿਕ ਗਏ। ਅਤੇ ਉਹ ਕਿਹੜੀ ਥਾਂ ਹੈ? ਉਹ ਸੱਚਖੰਡ।
ਪਰਮਾਤਮਾ ਦੀ ਹਜ਼ੂਰੀ 'ਚ ਹੁਣ ਸਦਾ ਲਈ ਕਹਿੰਦੇ ਟਿਕ ਗਿਆ, ਕਿਉਂਕਿ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਗਿਆ। ਜੰਮਣ ਮਰਨ ਜਿਹੜੀ ਭਟਕਣਾ ਸੀ ਉਹ ਖਤਮ ਹੋ ਗਈ। ਕਿਵੇਂ ਹੋਈ ਖਤਮ? ਸਵਾਲ ਤੇ ਕਿਵੇਂ ਹੋਈ ਖਤਮ? ਨਾਮ ਜਪ ਜਪ ਕੇ, ਨਾਮ ਜਪ ਜਪ ਕੇ ਇਹ ਅਵਸਥਾ ਪ੍ਰਾਪਤ ਹੋਈ। ਪਹਿਲਾ ਮਨ ਭਟਕ ਰਿਹਾ ਹੈ, ਚਿੰਤਾਵਾਂ 'ਚ ਹੈ, ਕਦੇ ਕੁਝ ਸੋਚਦਾ, ਕਦੇ ਕੁਛ ਸੋਚਦਾ, ਮਨ ਟਿਕਦਾ ਨਹੀਂ ਹੈ, ਭੱਜਿਆ ਫਿਰਦਾ ਹੈ। ਨਾਮ ਜਪੀ ਗਏ ਜਪੀ ਗਏ ਜਪੀ ਗਏ, ਸੁੱਖ ਮਿਲਣਾ ਸ਼ੁਰੂ ਹੋ ਗਿਆ, ਆਨੰਦ ਦੀ ਪ੍ਰਾਪਤੀ ਹੋ ਗਈ, ਦੁੱਖ ਖਤਮ ਹੋ ਗਏ, ਗਰੀਬੀ ਖਤਮ ਹੋ ਗਈ। ਕਹਿੰਦੇ ਭਾਗ ਉਦਮ ਲਬਦਿੰਗ ਮਾਇਆ, ਬਾਣੀ 'ਚ ਲਿਖਿਆ। ਜਦੋਂ ਭਾਗ ਜਾਗਦੇ ਨਾ ਫਿਰ ਮਾਇਆ ਮਿਲਦੀ ਹੈ। ਕਈ ਵਾਰੀ ਭਾਗਾਂ 'ਚ ਮਾਇਆ ਲਿਖੀ ਹੁੰਦੀ ਹੈ ਪਰ ਉਹ ਮਿਲ ਨਹੀਂ ਰਹੀ। ਧਿਆਨ ਦੇਣਾ। ਤੀਸਰੇ ਪਾਤਸ਼ਾਹ ਨੂੰ ਪੰਡਤ ਜੀ ਨੇ ਕਹਿਤਾ, ਜਦੋਂ 20ਵੀਂ ਵਾਰ ਉਹ ਗੰਗਾ ਇਸ਼ਨਾਨ ਕਰਕੇ ਵਾਪਸ ਆ ਰਹੇ ਸੀ ਤੇ ਅੰਬਾਲੇ ਦੇ ਕੋਲ ਇੱਕ ਪਿੰਡ ਹੈ ਪਲਾਣਾ, ਉੱਥੇ ਧਰਮਸ਼ਾਲਾ ਪੰਡਤ ਨੇ ਉੱਥੇ ਠਹਿਰੇ, ਰੋਟੀ ਖਾ ਕੇ ਲੇਟ ਗਏ ਨੀਂਦ ਆ ਗਈ। ਪੰਡਤ ਜੀ ਅੰਦਰੋਂ ਆਏ ਨੇ ਬਾਹਰ, ਉਹਨਾਂ ਦੇਖਿਆ ਵੀ ਜਿਹੜੇ ਚਰਨ ਨੇ, ਪੈਰ ਨੇ, ਇਹਨਾਂ 'ਤੇ ਪਦਮ ਹੈ। ਉਹਨੇ ਸੋਚਿਆ ਵੀ ਜਿਹਦੇ ਪੈਰ 'ਚ ਪਦਮ ਹੁੰਦਾ ਨਾ, ਉਹ ਜਾਂ ਤਾਂ ਚੱਕਰਵਰਤੀ ਰਾਜਾ, ਪਰ ਬਹੁਤ ਵੱਡਾ ਰਾਜਾ ਹੁੰਦਾ, ਜਾਂ ਬਹੁਤ ਵੱਡਾ ਮਹਾਤਮਾ ਹੁੰਦਾ। ਪਹਿਰਾਵੇ ਨੂੰ ਵੇਖ ਕੇ ਦੇਖਿਆ ਵੀ ਨਹੀਂ, ਰਾਜਾ ਤਾਂ ਨਹੀਂ, ਕੋਈ ਫੌਜ ਨਹੀਂ, ਕੋਈ ਬਾਡੀਗਾਰਡ ਨਹੀਂ, ਇਹ ਕੋਈ ਪਹੁੰਚਿਆ ਹੋਇਆ ਸਾਧੂ ਹੈ। ਸਤਿਕਾਰ ਵਜੋਂ ਨੇ ਚਰਨਾਂ 'ਤੇ ਮੱਥਾ ਟੇਕਿਆ। ਜਦੋਂ ਤੀਸਰੇ ਪਾਤਸ਼ਾਹ ਚਰਨਾਂ ਨੂੰ ਉਹਦੇ ਹੱਥ ਲੱਗੇ, ਪੰਡਿਤ ਉਹ ਜਾਗ ਪਏ। ਕਹਿੰਦੇ ਉਹ ਪੰਡਿਤ ਜੀ, ਮੱਥਾ ਤੇ ਮੈਂ ਤੁਹਾਨੂੰ ਟੇਕਣਾ, ਤੁਸੀਂ ਮੈਨੂੰ ਟੇਕ ਰਹੇ ਹੋ। ਪੰਡਿਤ ਕਹਿੰਦੇ ਤੁਹਾਡੇ ਨਾ ਪੈਰ ਦੇ ਵਿੱਚ ਪਦਮ ਹੈ। ਇਹ ਪਦਮ ਜਾਂ ਤਾਂ ਬਹੁਤ ਵੱਡਾ ਜਿਹੜਾ ਰਾਜਾ ਹੁੰਦਾ ਉਹਦੇ ਪੈਰ 'ਚ ਹੁੰਦਾ, ਜਾਂ ਫਿਰ ਬਹੁਤ ਵੱਡਾ ਸਾਧੂ ਹੁੰਦਾ ਉਹਦੇ ਹੁੰਦਾ। ਅਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਰਾਵਾ, ਨਾ ਮੈਂ ਰਾਜਾ ਅਤੇ ਨਾ ਮੈਂ ਸਾਧੂ, ਮੈਂ ਤਾਂ ਜੇ ਭਟਕ ਰਿਹਾ। ਉਹ ਵਿਦਵਾਨ ਪੰਡਤ ਸੀ, ਉਹਨੂੰ ਆਪਣੀ ਜੋਤਿਸ਼ ਵਿੱਦਿਆ 'ਤੇ ਮਾਣ ਸੀ। ਕਹਿੰਦੇ ਇਹ ਕਿਵੇਂ ਹੋ ਸਕਦਾ ਵੀ ਪੈਰ 'ਚ ਪਦਮ ਹੋਵੇ ਅਤੇ ਰਾਜਾ ਵੀ ਨਾ ਹੋਵੇ ਅਤੇ ਸਾਧੂ ਵੀ ਨਾ ਹੋਵੇ। ਗੱਲਾਂ ਬਾਤਾਂ ਲੱਗੇ ਕਰ, ਗੱਲਾਂ ਬਾਤਾਂ ਕਰਦੇ ਕਹਿੰਦੇ ਪੰਡਤ ਨੂੰ ਪਤਾ ਲੱਗੇ ਤੇ ਨਗੁਰੇ ਨੇ। ਕਹਿੰਦੇ ਬਜ਼ੁਰਗੋ, ਕਿਉਂਕਿ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਦੀ ਉਮਰ 62 ਸਾਲ ਸੀ, 62 ਈਅਰਸ। ਕਹਿੰਦੇ ਬਜ਼ੁਰਗੋ, ਤੁਹਾਡੇ ਭਾਗਾਂ 'ਚ ਬਹੁਤ ਵੱਡਾ ਮਹਾਤਮਾ ਬਣਨਾ ਲਿਖਿਆ ਹੋਇਆ ਹੈ, ਪਰ ਨਗੋਰੇ ਹੋਣ ਕਰਕੇ ਤੁਹਾਡੇ ਭਾਗ ਨਹੀਂ ਜਾਗੇ। ਤੁਸੀਂ ਗੁਰੂ ਧਾਰਨ ਕਰ ਲਓ, ਫਿਰ ਮੇਰੀ ਗੱਲ ਯਾਦ ਰੱਖਿਓ ਤੁਸੀਂ। ਅਤੇ ਉਹੀ ਗੱਲ ਹੋਈ ਜਦੋਂ ਗੁਰੂ ਅਮਰਦਾਸ ਨੇ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਧਾਰਨ ਕੀਤਾ, 12 ਸਾਲ ਸੇਵਾ ਕੀਤੀ, ਆਪ ਗੁਰੂ ਬਣ ਗਏ। ਅਤੇ 21 ਵਾਰੀ ਪ੍ਰਚਾਰ ਕਰਨ ਲਈ ਫਿਰ ਉੱਥੇ ਹੀ ਗਏ ਜਿੱਥੇ ਪੰਡਤ ਸੀ। ਸਿੱਖਾਂ ਨੂੰ ਕਹਿੰਦੇ ਪਤਾ ਕਰੋ ਉਹ ਪੰਡਤ ਜਿਉਂਦਾ, ਜੇ ਜਿਉਂਦਾ ਤਾਂ ਉਹਨੂੰ ਸੱਦ ਕੇ ਲੈ ਕੇ ਆ ਗਿਆ। ਕਹਿੰਦੇ ਪੰਡਤ ਜੀ, ਤੁਹਾਡੀ ਭਵਿੱਖਬਾਣੀ ਸੱਚ ਹੋ ਗਈ ਹੈ, ਮੰਗੋ ਕੀ ਮੰਗਦੇ ਹੋ। ਕਹਿੰਦੇ ਮੈਂ ਉਦੋਂ ਤੁਹਾਨੂੰ ਦਛਣਾ ਦੇਣ ਲੱਗਾ ਸੀ, ਤੁਸੀਂ ਕਿਹਾ ਸੀ ਨਾ ਸਮਾਂ ਆਉਣ 'ਤੇ ਲਾਂਗਾ। ਮੇਰੇ ਭਾਗ ਜਾਗ ਪਏ ਨੇ, ਪਰਮਾਤਮਾ ਦੀ ਕਿਰਪਾ ਨਾਲ ਮੈਂ ਗੁਰੂ ਬਣ ਗਿਆ, ਮੰਗੋ ਕੀ ਮੰਗਦੇ। ਕਹਿੰਦਾ ਜੀ ਜੇ ਮੈਂ ਮਾਇਆ ਮੰਗੀ ਅਤੇ ਮੈਨੂੰ ਮੁਕਤੀ ਨਹੀਂ ਮਿਲਣੀ, ਅਤੇ ਜੇ ਮੁਕਤੀ ਮਿਲੀ ਅਤੇ ਗਰੀਬੀ ਨਹੀਂ ਦੂਰ ਹੋਣੀ। ਜੇ ਖੁਸ਼ ਹੋਏ ਹੋ ਕਿਰਪਾ ਕਰੋ, ਮਾਇਆ ਵੀ ਮਿਲੇ ਅਤੇ ਮੁਕਤੀ ਵੀ ਮਿਲੇ। ਗੁਰੂ ਮਹਾਰਾਜ ਹੱਸ ਪਏ, ਕਹਿੰਦੇ ਪੰਡਿਤ ਜੀ ਦੋਨੋਂ ਦਿੱਤੀਆਂ। ਭਾਗਾਂ 'ਚ ਲਿਖਿਆ ਹੁੰਦਾ, ਹੁਣ ਜਗਾਏ ਕਿਵੇਂ ਜਾਣ। ਬਾਣੀ ਪੜ੍ਹੋ, ਨਾਮ ਜਪੋ, ਇਹ ਦੋ ਹੀ ਸਾਧਨ ਨੇ ਭਾਗਾਂ ਨੂੰ ਜਗਾਉਣ ਲਈ। ਜਦੋਂ ਭਾਗ ਜਾਗ ਪਏ ਬੱਲੇ ਬੱਲੇ ਹੋ ਜਾਏਗੀ, ਹੋਰ ਕੀ ਹੈ। ਬਾਦ ਕਿਸਮਤ ਕੋਈ ਨਹੀਂ ਆਇਆ ਹੁੰਦਾ, ਬਾਦ ਕਿਸਮਤ ਨਹੀਂ ਕੋਈ ਆਇਆ ਹੁੰਦਾ। ਅਸੀਂ ਆਪਣੀ ਬਦ ਕਿਸਮਤੀ ਨੂੰ ਖੁਸ਼ਕਿਸਮਤੀ ਬਦਲਣਾ ਹੀ ਨਹੀਂ ਜਾਣਦੇ। ਅਤੇ ਜੇ ਸਾਨੂੰ ਕੋਈ ਦੱਸਦਾ ਵੀ ਇਸ ਤਰ੍ਹਾਂ ਬਦਲੋਗੇ, ਸਾਨੂੰ ਉਸ ਦੀ ਗੱਲ 'ਤੇ ਵਿਸ਼ਵਾਸ ਨਹੀਂ ਹੁੰਦਾ, ਅਸੀਂ ਉਹਦੀ ਗੱਲ ਮੰਨਦੇ ਨਹੀਂ ਹੈ। ਅਸੀਂ ਸਮਝਦੇ ਹਾਂ ਅਸੀਂ ਆਸਟ੍ਰੇਲੀਆ ਜਾ ਕੇ ਅਮੀਰ ਹੋਵਾਂਗੇ, ਅਸੀਂ ਕੈਨੇਡਾ ਜਾ ਕੇ ਅਮੀਰ ਹੋਵਾਂਗੇ, ਅਸੀਂ ਅਮਰੀਕਾ ਜਾ ਕੇ ਅਮੀਰ ਹੋਵਾਂਗੇ। ਉਹ ਭਲਿਆ ਮਾਨਸਾ, ਤੂੰ ਕਿਤੇ ਚਲੇ, ਤੇਰੇ ਕਰਮ ਤੇ ਨਾਲ ਹੀ ਜਾਣੇ ਨਹੀਂ। ਇਹਨਾਂ ਨੂੰ ਜਗਾ ਲੈ, ਭਾਗ ਜਗਾ ਲੈ, ਫਿਰ ਤੂੰ ਜਿੱਥੇ ਹੋਏਂਗੇ ਉੱਥੇ ਭਾਗ ਲੱਗ ਜਾਣਗੇ।
ਸੋ ਸਤਿਕਾਰਯੋਗ ਸਾਧ ਸੰਗਤ ਜੀ, ਸਮਾਂ ਹੋ ਗਿਆ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।